हेलो एवरीवन, स्टार्ट करते हैं आप अपनी अज की क्लास। अज असीं 6th क्लास का जिहड़ा 3rd चैप्टर है प्लेइंग विद नंबर्स ਉਹਦੀ एक्सरसाइज 3.7 डिस्कस करांगे। चलो स्टार्ट करते हैं। देखो साडी एक्सरसाइज 3.7 ਦਾ फर्स्ट ਆ ਕਹਿੰਦੇ रेनू परचेज 2 बैग्स ऑफ फर्टिलाइजर ऑफ वेट 75 kg एंड 69 kg। रेनू 2 बैग ਜਿਹੜੇ ਖਾਦ ਦੇ ਖਰੀਦਦਾ ਜਿਹਦੇ ਵਿੱਚ ਕੀ ਆ ਫਸਟ बैग 2 बैग ਨੇ, ਇੱਕ ਦਾ ਭਾਰ ਹੈਗਾ 75 kg ਐਂਡ ਸੈਕੰਡ ਦਾ ਹੈਗਾ 69 kg। ਠੀਕ ਹੈ जी। Find the maximum value of weight which can measure the weight of the fertilizer exact number of time। ਹੁਣ ਜਿੱਥੇ ਵੀ ਸਾਡੇ ਕੋਲੇ ਮੈਕਸਿਮਮ, ਠੀਕ ਹੈ ਜੀ, ਮੈਥੋਂ ਆਪਾਂ ਨੂੰ ਪੁੱਛਿਆ ਹੈ ਮੈਕਸਿਮਮ ਵੈਲਿਊ, ਆਪਾਂ ਨੇ ਉਹ ਜਿਹੜਾ ਹੈਗਾ ਵੱਧ ਤੋਂ ਵੱਧ ਭਾਰ ਪਤਾ ਕਰਨਾ ਹੈ ਜਿਹੜਾ ਇਹਨੂੰ ਫਰਟੀਲਾਈਜ਼ਰ ਨੂੰ ਐਗਜ਼ੈਕਟ ਮਾਪ ਸਕਦਾ ਹੋਵੇ। ਠੀਕ ਹੈ ਜੀ। ਹੁਣ ਜਿੱਥੇ ਵੀ ਸਾਡੇ ਕੋਲੇ ਮੈਕਸਿਮਮ ਦੀ ਗੱਲ ਹੋਊਗੀ, ਜਿੱਥੇ ਵੀ ਸਾਡੇ ਕੋਲੇ ਮੈਕਸਿਮਮ ਦੀ ਗੱਲ ਹੋਊਗੀ, ਅਸੀਂ ਕੀ ਕਰਾਂਗੇ, ਜੋ ਵੀ ਸਾਡੇ ਕੋਲੇ ਟੂ ਗਿਵਨ ਨੰਬਰ ਹੋਣਗੇ ਅਸੀਂ ਉਹਨਾਂ ਦਾ HCF ਫਾਈਂਡ ਆਊਟ ਕਰਾਂਗੇ। ਠੀਕ ਹੈ ਜੀ। ਮੈਕਸਿਮਮ ਦਾ ਮਤਲਬ ਹੋ ਗਿਆ ਅਸੀਂ ਹਾਈਐਸਟ ਕਾਮਨ ਫੈਕਟਰ ਫਾਈਂਡ ਆਊਟ ਕਰਨਾ ਹੈ। ਠੀਕ ਹੈ। ਹੁਣ ਦੇਖੋ ਆਪਣਾ ਸੋਲੂਸ਼ਨ ਦੇ ਵਿੱਚ ਲਿਖਾਂਗੇ weight ਆਪਾਂ ਨੂੰ ਗਿਵਨ ਹੈ। ਠੀਕ ਹੈ ਜੀ। weight of first bag ਦਾ ਜਿਹੜਾ ਆਪਣੇ ਕੋਲੇ weight ਹੈ ਉਹ ਹੈਗਾ 75 kg। ठीक है जी, किलोग्राम। एंड सैकेंड बैग का वेट आपको दिता 69 kg। ठीक है जी। हुण असी मैक्सिमम वैल्यू फाइंड आउट करनी है। मैक्सिमम वैल्यू फाइंड आउट करने असी की करांगे HCF ऑफ 69 एंड 75 kg दोनों का असी जिहड़ा हैगा HCF फाइंड आउट करांगे मैक्सिमम वैल्यू। ਹੁਣ ਦੇਖੋ HCF ਕਿਵੇਂ ਫਾਈਂਡ ਕਰਦੇ ਹੁੰਦੇ ਆ, ਪਹਿਲਾਂ ਅਸੀਂ ਅਲੱਗ-ਅਲੱਗ ਦੋਨਾਂ ਦੇ ਫੈਕਟਰ ਬਣਾਵਾਂਗੇ, ਉਸ ਤੋਂ ਬਾਅਦ ਅਸੀਂ ਇਹਨਾਂ ਦਾ ਕਾਮਨ ਫੈਕਟਰ ਲਵਾਂਗੇ। ਠੀਕ ਹੈ ਜੀ। ਹੁਣ ਦੇਖੋ 69 ਦੇ ਫੈਕਟਰ ਬਣਾਈ ਅਗਰ ਆਪਾਂ ਔਡ ਨੰਬਰ ਹੈ 2 ਤੇ ਤਾਂ ਜਾ ਨਹੀਂ ਰਿਹਾ, ਪਹਿਲਾਂ ਆਪਾਂ ਛੋਟੇ ਨੰਬਰ ਤੇ ਚੈੱਕ ਕਰਦੇ ਹੁੰਦੇ ਨਾ। ਹੁਣ ਆਪਣੇ ਕੋਲੇ ਔਡ ਨੰਬਰ ਹੈ, ਔਡ ਨੰਬਰ 2 ਤੇ ਤਾਂ ਡਿਵਾਈਡ ਹੁੰਦਾ ਨਹੀਂ। ਅਗਰ ਆਪਾਂ ਇਹਨੂੰ 3 ਤੇ ਚੈੱਕ ਕਰੀਏ, ਦੇਖੋ 3 ਦੇ ਟੇਬਲ ਤੇ ਡਿਵਾਈਡ ਹੋ ਰਿਹਾ 23। ਹੁਣ ਅਗਰ ਅਸੀਂ 23 ਨੂੰ ਦੇਖੀਏ, 23 ਸਾਡੇ ਕੋਲ ਇੱਕ ਪ੍ਰਾइम नंबर है, प्राइम नंबर 1 और खुद तो इलावा और किसी टेबल से डिवाइड नहीं होता। इट मीनस 23 से ही डिवाइड होगा, अपने को किया गया 1। हुण अगर ਅਸੀਂ 75 ਦੇ ਫੈਕਟਰ ਬਣਾਈਏ, 75 भी तो ऑड नंबर है। ठीक है जी। 2 ਤੇ ਤਾਂ ਡਿਵਾਈਡ ਹੁੰਦਾ ਨਹੀਂ, ਇਸ ਲਈ 3 ਤੇ ਚੈੱਕ ਕਰਾਂਗੇ ਆਪਾਂ। 3 ਤੇ ਚੈੱਕ ਕਰਾਂਗੇ ਤਾਂ ਆਪਣੇ ਕੋਲ ਰਿਜ਼ਲਟ ਕੀ ਆ ਗਿਆ 25। ਠੀਕ ਹੈ ਜੀ। ਹੁਣ ਅਗਰ ਅਸੀਂ ਦੇਖੀਏ 3 ਦੇ ਟੇਬਲ 'ਚ 25 ਤਾਂ ਆਉਂਦਾ ਨਹੀਂ, ਤਾਂ ਆਪਾਂ ਇਹਨੂੰ ਕਿਤੇ ਡਿਵਾਈਡ ਕਰਾਂਗੇ 5 ਤੇ ਆਪਣੇ ਕੋਲ ਕੀ ਹੋ ਗਏ 75 ਦੇ ਫੈਕਟਰ। ਠੀਕ ਹੈ ਜੀ। ਕੀ ਲਿਖਾਂਗੇ ਫਿਰ ਅਸੀਂ 69 ਦੇ ਫੈਕਟਰ ਹੈਗੇ ਆਪਣੇ ਕੋਲੇ 3 * 23 ਐਂਡ 75 ਦੇ ਫੈਕਟਰ ਹੈਗੇ 3 * 5 * 5। ਅਗਰ ਅਸੀਂ ਕਾਮਨ ਫੈਕਟਰ ਦੀ ਗੱਲ ਕਰੀਏ, HCF ਦੀ ਗੱਲ ਕਰੀਏ, ਤਾਂ HCF ਦਾ ਮਤਲਬ ਹੁੰਦਾ ਹਾਈਐਸਟ ਕਾਮਨ ਫੈਕਟਰ ਜੋ ਇਹਨਾਂ ਦੇ ਵਿੱਚ ਕਾਮਨ ਕੀ ਹੈਗਾ 3। ਇਟ ਮੀਨਸ HCF ਕੀ ਹੈਗਾ ਸਾਡੇ ਕੋਲੇ 3। ਅਸੀਂ ਫਾਈਂਡ ਆਊਟ ਕਰਨਾ ਸੀਗਾ ਮੈਕਸਿਮਮ ਵੈਲਿਊ ਆਫ weight, ਤਾਂ ਸਾਡੇ ਕੋਲ ਕੀ ਆ ਗਈ ਮੈਕਸਿਮਮ वैल्यू ऑफ वेट। ठीक है जी। तो मैक्सिमम वैल्यू ऑफ वेट दी कितना आ गया अपने को 3 kg। ठीक है जी। ये सी फाइंड आउट करना सी। हम चलते हैं अपने नेक्स्ट सेकंड क्वेश्चन। हाँ जी स्टूडेंट, नेक्स्ट अपने को लगा सेकंड क्वेश्चन। देखो सेकंड क्वेश्चन च की कह रहे हैं, कहते 3 बॉयज स्टेप ऑफ टुगेदर फ्रॉम द सेम स्पॉट। 3 लड़के ने जिहड़े एक जगह तो अपने स्टेप लेना स्टार्ट करते हैं, मीनस एक जगह तो चलना स्टार्ट करते हैं। ठीक है जी। Their steps measure 63 cm, 70 cm and 77 cm respectively। ਸਾਨੂੰ ਕੀ ਕਹਤਾ ਕਿ ਜਿਵੇਂ ਹੁਣ ਆਪਾਂ ਨੂੰ ਵੀ ਪਤਾ ਵੀ ਹਰੇਕ ਜਿਹੜਾ ਹੈਗਾ ਕੋਈ ਵੀ ਪਰਸਨ ਹੈ ਉਹਦੀ ਜਿਹੜੀ ਡਿਸਟੈਂਸ ਆ, ਇੱਕ ਸਟੈਪ ਦੀ ਡਿਸਟੈਂਸ ਅਲੱਗ-ਅਲੱਗ ਹੁੰਦੀ ਹੈ। ਠੀਕ ਹੈ ਜੀ। ਇਸ ਤਰ੍ਹਾਂ 3 ਬॉयਜ਼ ਨੇ, ਉਹਨਾਂ ਦੀ ਵੀ ਜਿਹੜੀ ਡਿਸਟੈਂਸ ਆ ਉਹ ਅਲੱਗ-ਅਲੱਗ ਆ। ਜਿਵੇਂ ਅਸੀਂ ਲੈ ਲਈ ਕਿ ਸਾਡੇ ਕੋਲ ਜਿਹੜਾ ਫਸਟ ਬॉय ਹੈ ਉਹ ਇੱਕ ਸਟੈਪ ਦੇ ਵਿੱਚ 63 ਸੈਂਟੀਮੀਟਰ ਜਿਹੜੀ ਡਿਸਟੈਂਸ ਕਵਰ ਕਰਦਾ ਹੈ ਐਂਡ ਜਿਹੜਾ ਸੈਕੰਡ ਬॉय ਹੈ ਉਹ 70 ਸੈਂਟੀਮੀਟਰ ਡਿਸਟੈਂਸ ਕਵਰ ਕਰਦਾ ਹੈ ਇੱਕ ਸਟੈਪ ਦੇ ਵਿੱਚ। ਠੀਕ ਹੈ ਜੀ। एंड जो थर्ड है वो 77 सेंटीमीटर जी डिस्टेंस कवर करता है 1 स्टेप के विच। उस तो बाद की क्या सानू व्हाट इज द मिनिमम डिस्टेंस ईच शुड कवर सो दैट ऑल कैन कवर द डिस्टेंस इन कंप्लीट स्टेप्स। ਅਸੀਂ ਹਰੇਕ ਦੇ ਲਈ ਹਰੇਕ ਬॉय ਦੇ ਲਈ ਉਹ ਘੱਟ ਤੋਂ ਘੱਟ ਦੂਰੀ ਫਾਈਂਡ ਆਊਟ ਕਰਨੀ ਹੈ। ਠੀਕ ਹੈ ਜੀ। ਉਹ ਘੱਟ ਤੋਂ ਘੱਟ ਦੂਰੀ ਜਿਹੜੀ ਪਤਾ ਕਰਨੀ ਹੈ ਕਿ ਉਹ ਸੇਮ ਸਟੈਪਸ ਦੇ ਵਿੱਚ ਤਿੰਨੋਂ ਜਾਣੇ ਸੇਮ ਸਟੈਪ ਲੈਣ ਤਾਂ ਉਹ ਸੇਮ ਸਟੈਪ ਦੇ ਵਿੱਚ ਇੱਕ ਜਣਾ ਕਿੰਨੀ ਜਿਹੜੀ ਡਿਸਟੈਂਸ ਕਵਰ ਕਰੂਗਾ ਉਹ ਫਾਈਂਡ ਆਊਟ ਕਰਨਾ ਹੈ। ਠੀਕ ਹੈ ਜੀ। ਹੁਣ ਜਿੱਥੇ ਵੀ ਸਾਡੇ ਕੋਲੇ ਮਿਨੀਮਮ ਦੀ ਗੱਲ ਹੋਗੀ, ਜਿੱਥੇ ਵੀ ਸਾਡੇ ਕੋਲੇ ਮਿਨੀਮਮ ਦੀ ਗੱਲ ਹੋਗੀ ਉੱਥੇ ਅਸੀਂ ਫਾਈਂਡ ਆਊਟ ਕਰਨਾ ਹੈ ਲੋਐਸਟ ਕਾਮਨ ਫੈਕਟਰ। ਠੀਕ ਹੈ ਜੀ। ਇਟ ਮੀਨਸ ਅਸੀਂ ਕੀ ਫਾਈਂਡ ਆਊਟ ਕਰਨਾ ਹੈ LCM। ਜਿੱਥੇ ਵੀ ਮੈਕਸਿਮਮ ਦੀ ਗੱਲ ਮਿਨੀਮਮ ਦੀ ਗੱਲ ਹੋਗੀ, ਠੀਕ ਹੈ ਜੀ,
ਉੱਥੇ ਅਸੀਂ ਫਾਈਂਡ ਆਊਟ ਕਰਾਂਗੇ ਐਲਸੀਐਮ ਐਂਡ ਜਿੱਥੇ ਵੀ ਸਾਡੇ ਕੋਲੇ ਮੈਕਸਿਮਮ ਦੀ ਗੱਲ ਹੋਊਗੀ, ਠੀਕ ਹੈ ਜੀ, ਉੱਥੇ ਅਸੀਂ ਫਾਈਂਡ ਆਊਟ ਕਰਾਂਗੇ HCF। ਹਾਈਐਸਟ ਕਾਮਨ ਫੈਕਟਰ ਫਾਈਂਡ ਆਊਟ ਕਰਨਾ ਹੈ ਮੈਕਸਿਮਮ ਲਈ ਐਂਡ ਮਿਨੀਮਮ ਲਈ ਅਸੀਂ ਫਾਈਂਡ ਆਊਟ ਕਰਨਾ ਹੈ ਲੋਐਸਟ ਕਾਮਨ ਫੈਕਟਰ। ਹੁਣ ਦੇਖੋ ਇੱਥੇ ਸਾਨੂੰ ਕਿਹਾ ਤਾਂ ਮਿਨੀਮਮ, ਇਟ ਮੀਨਸ ਅਸੀਂ ਕੀ ਫਾਈਂਡ ਆਊਟ ਕਰਨਾ ਹੈ ਇੱਥੇ ਐਲਸੀਐਮ ਫਾਈਂਡ ਆਊਟ ਕਰਨਾ ਹੈ, ਠੀਕ ਹੈ ਜੀ। ਹੁਣ ਆਪਣੇ ਕੋਲੇ ਦੇਖੋ ਫਸਟ ਬੁਆ ਜਿਹੜਾ ਫਸਟ ਸਟੈਪ ਦੇ ਵਿੱਚ ਕਿੰਨੀ ਮੇਜ਼ਰਮੈਂਟ ਹੈ ਉਹਦੀ 63 ਸੈਂਟੀਮੀਟਰ, ਸੈਕੰਡ ਦੀ ਦਿੱਤੀ 70 ਐਂਡ ਥਰਡ ਦੀ ਦਿੱਤੀ 77 ਸੈਂਟੀਮੀਟਰ। ਹੁਣ ਅਸੀਂ ਐਲਸੀਐਮ ਫਾਈਂਡ ਆਊਟ ਕਰਨਾ ਹੈ LCM of 3 steps, 3 boys step, ठीक है जी। ਜਿਹੜੇ ਵੀ ਉਹ ਲੈ ਰਹੇ ਨੇ ਉਹਨਾਂ ਦਾ ਐਲਸੀਐਮ ਫਾਈਂਡ ਆਊਟ ਕਰਨਾ। ਦੇਖੋ ਐਲਸੀਐਮ ਫਾਈਂਡ ਆਊਟ ਕਰਾਂਗੇ ਆਪਾਂ। ਦੇਖੋ ਜਦੋਂ ਅਸੀਂ HCF ਫਾਈਂਡ ਆਊਟ ਕਰਦੇ ਹੁੰਦੇ ਆ ਆਪਾਂ ਇਕੱਲੇ ਇਕੱਲੇ ਦੇ ਪੇਅਰ ਬਣਾਉਣੇ ਹੁੰਦੇ ਆ, ਠੀਕ ਹੈ ਜੀ, ਫੈਕਟਰ ਬਣਾਉਣੇ ਹੁੰਦੇ ਆ। ਇੱਥੇ ਆਪਾਂ ਐਲਸੀਐਮ ਫਾਈਂਡ ਆਊਟ ਕਰਨਾ ਤਾਂ ਆਪਾਂ ਤਿੰਨੋਂ ਇਕੱਠੇ ਲੈ ਕੇ ਚੱਲ ਪੈਂਦੇ ਆ। ਦੇਖੋ ਹੁਣ ਅਗਰ ਅਸੀਂ ਚੈੱਕ ਕਰੀਏ 70 ਸਾਡੇ ਕੋਲ ਈਵਨ ਨੰਬਰ ਹੈ, ਇਟ ਮੀਨਸ ਇਹ 2 ਤੇ ਡਿਵਾਈਡ ਹੋ ਜਾਊਗਾ, ਠੀਕ ਹੈ ਜੀ। ਆਪਾਂ 2 ਤੋਂ ਹੀ ਸਟਾਰਟ ਕਰਾਂਗੇ। 63 ਨੂੰ ਐਜ਼ ਇਟ ਇਜ਼ ਰੱਖੋ ਐਂਡ ਜਦੋਂ ਅਸੀਂ 70 ਨੂੰ 2 ਨਾਲ ਡਿਵਾਈਡ ਕਰਾਂਗੇ ਆਪਣੇ ਕੋਲ ਰਿਜ਼ਲਟ ਕੀ ਆਏਗਾ 35 77। ਹੁਣ ਅਗਰ ਅਸੀਂ ਚੈੱਕ ਕਰੀਏ ਦੇਖੋ ਹੁਣ ਜਿਹੜਾ ਹੈਗਾ ਆਪਣੇ ਕੋਲ 63 3 ਨਾਲ ਡਿਵਾਈਡ ਹੋ ਰਿਹਾ, ਸਾਰੇ ਆਡ ਨੰਬਰ ਹੋ ਕੇ 2 ਤੇ ਤਾਂ ਹੁਣ ਜਾਂਦਾ ਨਹੀਂ, ਇਸ ਵਾਰ ਅਸੀਂ 3 ਤੇ ਚੈੱਕ ਕਰਾਂਗੇ। 3 ਤੇ ਚੈੱਕ ਕਰਿਆ ਆਪਣੇ ਕੋਲ ਇੱਥੇ 21 ਆ ਗਿਆ। ਅਗਰ ਅਸੀਂ ਚੈੱਕ ਕਰੀਏ ਹੁਣ 3 ਨੂੰ 35 ਤੇ ਡਿਵਾਈਡ ਹੁੰਦਾ ਨਹੀਂ, ਐਜ਼ ਇਟ ਇਜ਼ ਲਿਖਾਂਗੇ। ਅਗਰ ਅਸੀਂ 7 ਨੂੰ ਚੈੱਕ ਕਰੀਏ ਦੇਖੋ 77 ਜਿਹੜਾ ਹੈਗਾ 3 ਤੇ ਡਿਵਾਈਡ ਹੋ ਰਿਹਾ ਨਹੀਂ ਹੋ ਰਿਹਾ, ਕਿਉਂਕਿ ਇਹਨਾਂ ਦੇ ਜਿਹੜੇ ਆਪਾਂ ਕੀ ਪੜਿਆ ਸੀ ਨਾ ਡਿਵੀਜ਼ਿਬਿਲਿਟੀ ਟੈਸਟ ਕਿ ਅਗਰ ਡਿਜਿਟ ਦਾ ਜਿਹੜਾ ਸਮ ਹੈ ਉਹ 3 ਤੇ ਡਿਵਾਈਡ ਹੋਊਗਾ ਤਾਂ ਇਟ ਮੀਨਸ ਉਹ 3 ਨਾਲ ਡਿਵਾਈਡ ਹੋਊਗਾ। ਹੁਣ ਅਗਰ ਆਪਾਂ ਚੈੱਕ ਕਰੀਏ ਤਾਂ 7 + 7 14 ਬਣੀ ਜਾ ਰਿਹਾ, ਇਟ ਮੀਨਸ ਇਹ ਵੀ ਜਿਹੜਾ ਹੈਗਾ 3 ਤੇ ਡਿਵਾਈਡ ਨਹੀਂ ਹੁੰਦਾ, ਆਪਾਂ ਇਹਨੂੰ ਐਜ਼ ਇਟ ਇਜ਼ ਰੱਖਾਂਗੇ, ਠੀਕ ਹੈ ਜੀ। ਇਸ ਤੋਂ ਬਾਅਦ ਅਗਰ ਆਪਾਂ ਚੈੱਕ ਕਰੀਏ ਫਿਰ 3 ਤੇ ਡਿਵਾਈਡ ਹੋ ਰਿਹਾ 7 ਆ ਗਿਆ 35 ਆ ਗਿਆ ਐਂਡ 77। ਅਗਰ ਅਸੀਂ ਦੁਬਾਰਾ ਚੈੱਕ ਕਰੀਏ ਤਾਂ ਸਾਡੇ ਕੋਲ 5 ਤੇ ਡਿਵਾਈਡ ਹੋ ਰਿਹਾ, ਠੀਕ ਹੈ ਜੀ। ਕਿੰਨਾ ਆ ਗਿਆ ਆਪਣੇ ਕੋਲ 7 ਐਂਡ 77। ਇਸ ਤੋਂ ਬਾਅਦ ਆਪਣਾ ਡਿਵਾਈਡ ਹੋ ਰਿਹਾ ਹੈ 7 ਤੇ 1 ਐਂਡ 11 ਆ ਗਿਆ। ਇਸ ਤੋਂ ਬਾਅਦ ਆਪਾਂ 11 ਤੇ ਕਰਾਂਗੇ, ਠੀਕ ਹੈ ਜੀ। ਨੀਚੇ ਆਪਣੇ ਕੋਲ ਸਾਰੇ 1 ਆ ਗਏ। ਤਾਂ ਹੁਣ ਸਾਡਾ LCM ਕੀ ਆ ਗਿਆ LCM ਇਜ਼ ਇਕੁਅਲ ਟੂ ਸਾਰਿਆਂ ਦੀ ਮਲਟੀਪਲਾਈ ਕਰਾਂਗੇ 2 × 3 3 × 3 5 7 11, ਠੀਕ ਹੈ ਜੀ। ਹੁਣ ਦੇਖੋ 2 ਨੂੰ 3 ਨਾਲ ਮਲਟੀਪਲਾਈ ਕੀਤੀ 6, ਠੀਕ ਹੈ ਜੀ, 6 ਆ ਗਿਆ ਐਂਡ 6 ਨੂੰ ਅਸੀਂ 3 ਨਾਲ ਮਲਟੀਪਲਾਈ ਕਰਾਂਗੇ 18 ਆ ਗਿਆ ਐਂਡ 18 ਨੂੰ ਅਸੀਂ 5 ਨਾਲ ਮਲਟੀਪਲਾਈ ਕਰਾਂਗੇ। ਦੇਖੋ 18 ਨੂੰ 5 ਨਾਲ ਮਲਟੀਪਲਾਈ ਕਰਾਂਗੇ ਆਪਣੇ ਕੋਲ ਕੀ ਆ ਗਿਆ 90, ਠੀਕ ਹੈ ਜੀ। 18 ਨੂੰ 5 ਨਾਲ ਮਲਟੀਪਲਾਈ ਕਰਾਂਗੇ 90। ਅਗਰ 90 ਨੂੰ ਅਸੀਂ 7 ਨਾਲ ਮਲਟੀਪਲਾਈ ਕਰੀਏ 90 ਨੂੰ ਅਸੀਂ 7 ਨਾਲ ਮਲਟੀਪਲਾਈ ਕਰਾਂਗੇ ਆਪਣੇ ਕੋਲ ਕਿੰਨਾ ਆ ਜਾਊਗਾ 630। ਹੁਣ 630 ਨੂੰ ਅਸੀਂ 11 ਨਾਲ ਮਲਟੀਪਲਾਈ ਕਰਨੀ 0 3 6 ਮਲਟੀਪਲਾਈ 0 3 6 0 3 9 6 ਤਾਂ ਸਾਡੇ ਕੋਲ LCM ਕੀ ਆ ਗਿਆ, ਠੀਕ ਹੈ ਜੀ 6930। ਤਾਂ ਅਸੀਂ ਕੀ ਕਹਿ ਸਕਦੇ ਹਾਂ hence 6930 distance each should cover so that all can cover the distance in complete steps, ठीक है जी, complete steps। देखो सारे ਜਿਹੜੇ ਸਟੈਪਸ ਇਸ ਨੂੰ ਸੈਂਟੀਮੀਟਰ ਦੇ ਵਿੱਚ ਦਿੱਤਾ ਹੋਇਆ ਸੀ ਤਾਂ ਅਸੀਂ ਇੱਥੇ ਲਿਖਾਂਗੇ 6930 ਸੈਂਟੀਮੀਟਰ ਜਿਹੜੀ ਡਿਸਟੈਂਸ ਹੈ, ਠੀਕ ਹੈ ਜੀ। ਇਸੇ ਸਾਡਾ ਸੈਕਿੰਡ ਕੁਐਸਚਨ। ਹੁਣ ਆਪਾਂ ਚੱਲਦੇ ਨੈਕਸਟ ਥਰਡ ਕੁਐਸਚਨ। ਹਾਂਜੀ ਸਟੂਡੈਂਟ ਨੈਕਸਟ ਆਪਣੇ ਕੋਲ ਹੈਗਾ ਥਰਡ ਕੁਐਸਚਨ। ਦੇਖੋ ਥਰਡ ਕੁਐਸਚਨ 'ਚ ਕੀ ਕਹਿ ਰਹੇ ਨੇ, ਕਹਿੰਦੇ ਦਾ ਲੈਂਥ ਬ੍ਰੈਡਥ ਐਂਡ ਹਾਈਟ ਆਫ ਆ ਰੂਮ ਆਰ 825 cm 675 cm ਐਂਡ 450 cm ਰਿਸਪੈਕਟਿਵਲੀ। ਸਾਨੂੰ ਕੀ ਕਹਤਾ ਹੈ ਕਿ ਇੱਕ ਜਿਹੜਾ ਰੂਮ ਹੈ ਕਮਰੇ ਦੀ ਲੰਬਾਈ ਚੌੜਾਈ ਤੇ ਜਿਹੜੀ ਉਚਾਈ ਆਪਾਂ ਨੂੰ ਕਰਮਬਰ ਇਹ ਦਿੱਤੀ, ਠੀਕ ਹੈ ਜੀ। ਐਂਡ find the longest tape which can measure the 3 dimensions of the room respectively। ਅਸੀਂ ਕੀ ਫਾਈਂਡ ਆਊਟ ਕਰਨਾ ਹੈ, ਆਪਾਂ ਨੇ ਉਹ ਜਿਹੜੀ ਹੈਗੀ ਲੌਂਗੈਸਟ ਪੂਰੀ ਲੰਬੀ ਜਿਹੜੀ ਟੇਪ ਫਾਈਂਡ ਆਊਟ ਕਰਨੀ ਹੈ ਜਿਹੜੀ ਇਹਨਾਂ ਤਿੰਨੇ ਡਾਈਮੈਂਸ਼ਨਸ ਨੂੰ ਲੰਬਾਈ ਚੌੜਾਈ ਤੇ ਉਚਾਈ ਨੂੰ ਜਿਹੜਾ ਹੈਗਾ ਪੂਰਾ ਮਾਪ ਸਕੇ,
ठीक है जी। ਅਸੀਂ ਉਹ ਸਭ ਤੋਂ ਲੰਬੀ ਟੇਪ ਫਾਈਂਡ ਆਊਟ ਕਰਨੀ ਹੈ ਜਿਹੜੀ ਕੀ ਕਰੇ ਇਹ 3 ਜਿਹੜੀਆਂ ਆਪਾਂ ਨੂੰ ਮੇਜ਼ਰਮੈਂਟ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਪੂਰਾ ਪੂਰਾ ਮਾਪ ਸਕੇ ਰੂਮ ਦੀਆਂ 3 ਮੇਜ਼ਰਮੈਂਟਸ ਜੋ ਵੀ ਹੈਗੀਆਂ ਸਾਡੇ ਕੋਲ। ਹੁਣ ਦੇਖੋ ਇੱਥੇ ਗੱਲ ਹੋ ਗਈ ਆਪਣੇ ਕੋਲੇ ਲੌਂਗੈਸਟ ਟੇਪ। ਹੁਣ ਲੌਂਗੈਸਟ ਦਾ ਮਤਲਬ ਕੀ ਹੋ ਗਿਆ ਮੈਕਸਿਮਮ, ठीक है जी। ਵੱਡੇ ਦੀ ਗੱਲ ਹੋ ਰਹੀ ਹੈ ਇਟ ਮੀਨਸ ਲੌਂਗੈਸਟ ਦਾ ਮਤਲਬ ਹੋ ਗਿਆ ਸਾਡੇ ਕੋਲੇ ਮੈਕਸਿਮਮ। ਮੈਂ ਕੀ ਕਿਹਾ ਸੀ ਵੀ ਜਿੱਥੇ ਵੀ ਸਾਡੇ ਕੋਲੇ ਮੈਕਸਿਮਮ ਹੋਊਗਾ ਅਸੀਂ ਉੱਥੇ ਕੀ ਫਾਈਂਡ ਆਊਟ ਕਰਾਂਗੇ ਹਾਈਐਸਟ ਕਾਮਨ ਫੈਕਟਰ। ਇਟ ਮੀਨਸ ਜੋ ਵੀ ਸਾਡੇ ਕੋਲੇ ਮੇਜ਼ਰਮੈਂਟ ਦਿੱਤੀ ਹੋਈ ਆਪਾਂ ਨੂੰ ਜੋ ਵੀ ਡਾਈਮੈਂਸ਼ਨਸ ਦਿੱਤੀਆਂ ਹੋਈਆਂ ਨੇ ਆਪਾਂ ਇਹਨਾਂ ਦਾ ਕੀ ਫਾਈਂਡ ਆਊਟ ਕਰਾਂਗੇ ਹਾਈਐਸਟ ਕਾਮਨ ਫੈਕਟਰ। ਇਟ ਮੀਨਸ HCF ਫਾਈਂਡ ਆਊਟ ਕਰਾਂਗੇ, ਠੀਕ ਹੈ ਜੀ। ਤਾਂ ਅਸੀਂ ਲਿਖਾਂਗੇ ਲੈਂਥ ਦੇਖੋ ਆਪਾਂ ਨੂੰ ਕੀ ਦਿੱਤੀ ਲੈਂਥ ਆਫ रूम की लेंथ अपने को हैगी 825 सेंटीमीटर एंड अगर असी ब्रैड्थ की गल करिए ब्रैड्थ सानू देती ब्रैड्थ अपने को हैगी 675 सेंटीमीटर एंड हाइट जो हैगी 450 सेंटीमीटर। इट मीनस असी इन्हां तिन्हां दे अलग अलग फैक्टर फाइंड आउट करांगे क्योंकि सानू चाहिए HCF हाईएस्ट कॉमन फैक्टर, ठीक है जी। तो फैक्टर बनाओ ਆਪਾਂ ਨੂੰ 825 ਦੇ ਫੈਕਟਰ ਚਾਹੀਦੇ ਆ ਐਂਡ 675 ਦੇ ਐਂਡ 450 ਦੇ। ਹੁਣ ਦੇਖੋ ਅਗਰ ਆਪਾਂ 825 ਨੂੰ ਦੇਖੀਏ ਤਾਂ ਇਹ ਸਾਡੇ ਕੋਲ ਆਡ ਨੰਬਰ ਹੈ ਇਟ ਮੀਨਸ ਇਹ 2 ਤੇ ਤਾਂ ਡਿਵਾਈਡ ਹੁੰਦਾ ਨਹੀਂ। ਅਗਰ ਆਪਾਂ ਇਹਨੂੰ 3 ਤੇ ਚੈੱਕ ਕਰੀਏ, ਠੀਕ ਹੈ ਜੀ 825 ਨੂੰ ਅਗਰ ਅਸੀਂ 3 ਤੇ ਡਿਵਾਈਡ ਕਰੀਏ ਤਾਂ ਰਿਜ਼ਲਟ ਕੀ ਹੋਵੇਗਾ ਦੇਖੋ 2 6 2 ਰਿਮਾਈਂਡਰ ਆ ਗਿਆ 2 ਲਵਾਂਗੇ ਫਿਰ ਸਾਡੇ ਕੋਲ 7 ਤੇ ਗਿਆ 21 आ गया रिमाइंडर 1 तो ਅਸੀਂ 5 ले लिया एंड 5 इट मींस कितना आ गया 275। अगर हम आप ਇਹਨੂੰ चेक करिए 3 से 275 अगेन 3 से नहीं डिवाइड हो गया, ठीक है जी। 3 से डिवाइड नहीं हो रहा क्योंकि ਆਪਾਂ ਇਹਨਾਂ ਦੀ डिजिट ਦਾ सम कर लिया। अगर डिजिट ਦਾ सम करो देखो अपने को ਕੀ ਹੋ ਗਿਆ 7 + 2 9 9 + 5 14 14 3 ਤੇ डिवाइड नहीं ਹੁੰਦਾ। ਹੁਣ ਆਪਾਂ ਇਹਨੂੰ डिवाइड ਕਰਾਂਗੇ 4 देखो ऑड नंबर है 4 ਤੇ भी नहीं डिवाइड ਹੁੰਦਾ 5 ਤੇ चेक करो 5 ਤੇ डिवाइड ਕਰਾਂਗੇ ਆਪਣੇ ਕੋਲ ਕੀ ਆ ਗਿਆ 25, ठीक है जी। रिमाइंडर अपने को रह गया जो ਅਸੀਂ माइनस करांगे 25 ही आ गया, ठीक है। इस तो फिर 5 ਤੇ डिवाइड हो रहा है 11 आ गया फिर 11 ਤੇ 1। तो देखो 675 ऑड नंबर है 2 ਤੇ डिवाइड नहीं ਹੁੰਦਾ ਅਸੀਂ ਇਹਨੂੰ ਚੈੱਕ ਕਰਾਂਗੇ 3 ਤੇ 2 2 एंड 5 अगेन 3 ਤੇ ਚੈੱਕ ਕਰਾਂਗੇ 21 7 ਤੇ, ठीक है जी एंड 5 75 फिर 3 ते डिवाइड हो रहा है देखो 2 एंड 5 फिर 5 ते डिवाइड हो रहा है तो अपने को की आ गया 5 एंड फिर 5 ते डिवाइड हो रहा है 1 आ गया, ठीक है जी। इस तो बाद ਅਸੀਂ चेक करिए अगर 450 वन नंबर है इट मींस ये 2 ते डिवाइड होगा, ठीक है जी। 450 ਨੂੰ 2 ਤੇ डिवाइड करेंगे 450 ਦਾ हाफ अपने को की आ गया 2 2 25 225 आ गया, ठीक है जी। ਹੁਣ देखो 225 ਆਪਾਂ ਕਰਕੇ ਹਟੇ ਹਾਂ। ਇਸ ਤੋਂ ਦੇਖੋ 3 ਤੇ ਗਿਆ 75 ਫਿਰ 3 ਤੇ ਗਿਆ 25 ਐਂਡ ਫਿਰ 5 ਤੇ ਗਿਆ 5 ਐਂਡ ਫਿਰ 5 ਤੇ ਗਿਆ 1। ਹੁਣ ਆਪਾਂ ਇਹਨਾਂ ਦੇ ਫੈਕਟਰ ਲਿਖ ਲਈਏ ਅਗਰ 825 ਦੇ ਫੈਕਟਰ ਆਏਗਾ ਸਾਡੇ ਕੋਲ 3 × 5 × 5 × 11 ਐਂਡ 600 ਜਿਹੜਾ ਹੈਗਾ 75 ਇਹਦੇ ਫੈਕਟਰ ਆਪਣੇ ਕੋਲ ਹੈਗਾ 3 × 3 × 3 × 5 × 5, ठीक है जी। एंड अपने को 450 ਦੇ ਫੈਕਟਰ ਹੈਗਾ 2 × 3 × 3 × 5 × 5। ਹੁਣ ਅਸੀਂ ਲੈਣੇ ਆ ਕਾਮਨ। ਅਗਰ ਅਸੀਂ HCF ਲਈਏ ਹਾਈਐਸਟ ਕਾਮਨ ਫੈਕਟਰ ਉਹਦੇ ਲਈ ਅਸੀਂ ਕਾਮਨ ਜੋ ਵੀ ਸਾਡੇ ਕੋਲੇ, ठीक है जी फैक्टर ਹੁੰਦੇ ਆ ਕਾਮਨ ਫੈਕਟਰ देखो तो 3 आ गया, ठीक है जी 3 कामन पे एंड 5 अपने को 2 टाइम कामन पे तो ਅਸੀਂ ਕੀ ਲਿਖਾਂਗੇ 3 × 5 × 5, ठीक है जी। ਹੁਣ ਅਗਰ ਆਪਾਂ ਤਿੰਨਾਂ ਦੀ ਮਲਟੀਪਲਾਈ ਕਰੀਏ 5 ਨੂੰ 5 ਨਾਲ ਮਲਟੀਪਲਾਈ ਕਰਾਂਗੇ 25 ਐਂਡ 25 ਨੂੰ 3 ਨਾਲ ਮਲਟੀਪਲਾਈ ਕਰਾਂਗੇ 75, ठीक है जी। ਤਾਂ ਸਾਡੇ ਕੋਲੇ ਲੌਂਗੈਸਟ ਜਿਹੜੀ ਟੇਪ ਆ ਉਹ ਕੀ ਆ ਗਈ ਲੌਂਗੈਸਟ ਟੇਪ 75 सेंटीमीटर ਉਹਦੀ ਮੇਜ਼ਰਮੈਂਟ ਕੀ ਆ ਜੂਗੀ ਸਾਡੇ ਕੋਲੇ 75 सेंटीमीटर। ਇਹੀ ਅਸੀਂ ਫਾਈਂਡ ਆਊਟ ਕਰਨਾ ਸੀ, ठीक है जी। इस साਡਾ थर्ड क्वेश्चन। ਹੁਣ ਆਪਾਂ ਚੱਲਦੇ ਹਾਂ ਨੈਕਸਟ फोर्थ क्वेश्चन। जी स्टूडेंट नेक्स्ट ਆਪਣੇ ਕੋਲ ਹੈਗਾ फोर्थ क्वेश्चन। देखो फोर्थ क्वेश्चन ਚ ਕੀ ਕਹਿ ਰਹੇ ਨੇ ਕਹਿੰਦੇ डिटरमाइन द स्मॉलेस्ट 3 डिजिट नंबर व्हिच इज एग्जैक्टली डिविजिबल बाय 6 8 एंड 12। ਅਸੀਂ ਕੀ ਫਾਈਂਡ ਆਊਟ ਕਰਨਾ ਹੈ ਅਸੀਂ ਉਹ ਛੋਟਾ ਨੰਬਰ 3 डिजिट नंबर फाइंड आउट करना है जो कि 6 8 एंड
12 ਨਾਲ ਪੂਰਾ ਪੂਰਾ ਡਿਵਾਈਡ ਹੋ ਜੇ। ਠੀਕ ਹੈ ਜੀ, ਐਵੇਂ ਦਾ ਆਪਾਂ 3 ਡਿਜਿਟ ਨੰਬਰ ਲੱਭਣਾ ਹੈ। ਸਭ ਤੋਂ ਛੋਟਾ ਨੰਬਰ 3 ਡਿਜਿਟ ਕਿਹੜਾ 6 8 ਐਂਡ 12 ਨਾਲ ਪੂਰਾ ਪੂਰਾ ਡਿਵਾਈਡ ਹੋਊਗਾ। ਹੁਣ ਦੇਖੀਏ ਇੱਥੇ ਆਪਾਂ ਨੂੰ ਕਹਤਾ ਸਮਾਲੈਸਟ। ਹੁਣ ਜਿੱਥੇ ਵੀ ਸਮਾਲੈਸਟ ਹੁੰਦਾ ਹੈ, ਸਮਾਲੈਸਟ ਦਾ ਮਤਲਬ ਕੀ ਹੋ ਗਿਆ ਸਾਡੇ ਕੋਲੇ ਮਿਨੀਮਮ। ਮੈਂ ਕੀ ਕਿਹਾ ਸੀਗਾ ਕਿ ਜਿੱਥੇ ਵੀ ਸਾਡੇ ਕੋਲੇ ਮਿਨੀਮਮ ਦੀ ਗੱਲ ਹੋ ਜੇ ਅਸੀਂ ਫਾਈਂਡ ਆਊਟ ਕਰਨਾ ਹੁੰਦਾ ਐਲਸੀਐਮ, ਐਂਡ ਜਿੱਥੇ ਮੈਕਸਿਮਮ ਦੀ ਗੱਲ ਹੋਵੇ ਉੱਥੇ ਅਸੀਂ ਫਾਈਂਡ ਆਊਟ ਕਰਨਾ ਹੁੰਦਾ ਐਚਸੀਐਫ। ਹੁਣ ਸਾਡੇ ਕੋਲ ਇੱਥੇ ਸਮਾਲੈਸਟ ਇਟ ਮੀਨਸ ਮਿਨੀਮਮ ਦੀ ਗੱਲ ਹੋ ਰਹੀ ਹੈ, ਅਸੀਂ ਕੀ ਫਾਈਂਡ ਆਊਟ ਕਰਾਂਗੇ ਫਿਰ ਇੱਥੇ ਐਲਸੀਐਮ। ਠੀਕ ਹੈ ਜੀ, ਜੋ ਵੀ ਸਾਡੇ ਕੋਲੇ ਗਿਵਨ ਨੰਬਰ ਨੇ ਅਸੀਂ ਉਹਨਾਂ ਦਾ ਐਲਸੀਐਮ ਫਾਈਂਡ ਆਊਟ ਕਰਾਂਗੇ। ਐਲਸੀਐਮ ਆਫ 6 8 ਐਂਡ 12 ਦੇਖੋ ਤਾਂ ਫਿਰ ਕਿਹਦੇ ਇਕੁਅਲ ਆਊਗਾ ਆਪਣੇ ਕੋਲੇ, ਜਿਹਨਾਂ ਤਿੰਨੇ ਨੰਬਰ ਦਾ ਐਲਸੀਐਮ ਹੋਊਗਾ ਉਹ ਕਿਹਦੇ ਇਕੁਅਲ ਆਊਗਾ ਸਮਾਲੈਸਟ ਨੰਬਰ ਦੇ ਸਾਡੇ ਦੀ ਜੋ ਵੀ ਸਾਨੂੰ ਚਾਹੀਦਾ। ਠੀਕ ਹੈ ਜੀ, ਸਮਾਲੈਸਟ ਨੰਬਰ। ਹੁਣ ਦੇਖੋ ਆਪਣੇ ਕੋਲੇ 3 ਨੰਬਰ ਨੇ, ਆਪਾਂ ਇਹਨਾਂ ਦਾ ਐਲਸੀਐਮ ਫਾਈਂਡ ਆਊਟ ਕਰਨਾ। ਠੀਕ ਹੈ ਜੀ, 6 8 12 ਤਿੰਨੋਂ ਈਵਨ ਨੰਬਰ ਨੇ, ਇਟ ਮੀਨਸ ਅਸੀਂ 2 ਤੋਂ ਸਟਾਰਟ ਕਰਾਂਗੇ। ਠੀਕ ਹੈ ਜੀ, 6 ਨੂੰ 2 ਨਾਲ ਡਿਵਾਈਡ ਕਰਾਂਗੇ 3, 8 ਨੂੰ 2 ਨਾਲ ਡਿਵਾਈਡ ਕਰਾਂਗੇ 4, 12 ਨੂੰ 2 ਨਾਲ ਡਿਵਾਈਡ ਕਰਾਂਗੇ 6। फिर अपने को 6 एंड जो 4 है इवन नंबर है, फिर 2 से डिवाइड करांगे। ठीक है जी, 3 आ जाएगा, 2 आ गया, फिर अपने को की आ गया 3, 2 फिर इवन नंबर पे असी फिर 2 से डिवाइड करांगे। ठीक है जी, इस तो बाद 3। हुण देखो असी कित्थे जाके रुकना हुंदा जिथे साडे कोले लास्ट दे विच 1 1 1 आ जाए। हुण देखिए अगर आपां एलसीएम की होगा फिर अपने कोले इन्हां नंबर्स दा 2 मल्टीप्लाई 2 मल्टीप्लाई 2 मल्टीप्लाई 3। ठीक है जी, मल्टीप्लाई करो हुण इन्हां नूं 2 ਨੂੰ 2 ਨਾਲ ਮਲਟੀਪਲਾਈ ਕਰਾਂਗੇ 4, 4 ਨੂੰ 2 ਨਾਲ ਮਲਟੀਪਲਾਈ ਕਰਾਂਗੇ 8 ਐਂਡ 8 ਨੂੰ 3 ਨਾਲ ਮਲਟੀਪਲਾਈ ਕਰਾਂਗੇ। ਸਾਡੇ ਕੋਲ ਕੀ ਆ ਗਿਆ 24। 24 ਸਾਡੇ ਕੋਲ ਸਮਾਲੈਸਟ ਨੰਬਰ ਆ ਗਿਆ। ਹੁਣ ਉਹਨਾਂ ਨੇ ਤਾਂ ਸਾਨੂੰ ਕਿਹਾ ਕਿ 3 ਡਿਜਿਟ ਨੰਬਰ ਲੈਣਾ, ਬਟ ਸਾਡੇ ਕੋਲ ਤਾਂ ਆ ਗਿਆ 2 ਡਿਜਿਟ ਨੰਬਰ। ਇਟ ਮੀਨਸ ਹੁਣ 24 ਸਮਾਲੈਸਟ ਨੰਬਰ ਹੈ। ਅਗਰ ਅਸੀਂ 24 ਦਾ ਕੋਈ ਵੀ ਫੈਕਟਰ ਲਈਏ, ਠੀਕ ਹੈ ਜੀ, 24 ਦਾ ਕੋਈ ਵੀ ਫੈਕਟਰ ਲੈ ਲਈਏ ਤਾਂ ਉਹ ਇਹਨਾਂ 3 ਨੰਬਰਸ ਦੇ ਨਾਲ ਪੂਰਾ ਪੂਰਾ ਡਿਵਾਈਡ ਹੋਊਗਾ। ਹੁਣ ਅਸੀਂ ਕੀ ਕਰਾਂਗੇ, ਇਹਦੇ ਜਿਹੜੇ ਹੈਗੇ ਮਲਟੀਪਲਸ ਫਾਈਂਡ ਆਊਟ ਕਰ ਲਾਂਗੇ 24। ਠੀਕ ਹੈ ਜੀ, ਜਿੱਥੇ ਵੀ ਸਾਨੂੰ 3 ਡਿਜਿਟ ਦਾ ਮਲਟੀਪਲ ਮਿਲ ਗਿਆ ਤਾਂ ਸਾਡਾ ਕੀ ਹੋ ਗਿਆ ਸਮਾਲੈਸਟ ਨੰਬਰ ਹੋ ਗਿਆ। ਠੀਕ ਹੈ ਜੀ, ਹੁਣ ਦੇਖੋ 24 ਮਲਟੀਪਲਾਈ 1 24 ਹੋ ਗਿਆ, 24 ਮਲਟੀਪਲਾਈ 2 ਮਲਟੀਪਲਸ ਚਾਹੀਦੇ ਨੇ ਨਾ ਆਪਾਂ ਨੂੰ 24 ਦੇ। 24 ਨੂੰ ਅਸੀਂ 2 ਨਾਲ ਡਿਵਾਈਡ ਮਲਟੀਪਲਾਈ ਕਰਾਂਗੇ 8 ਐਂਡ 4, फिर 24 ਨੂੰ ਅਸੀਂ 3 ਨਾਲ ਮਲਟੀਪਲਾਈ ਕਰਾਂਗੇ 3 ਨਾਲ ਮਲਟੀਪਲਾਈ ਕਰਿਆ ਆਪਣੇ ਕੋਲ ਰਿਜ਼ਲਟ ਕੀ ਆ ਗਿਆ 12 1 ਕੈਰੀ ਐਂਡ 6 72। ਠੀਕ ਹੈ ਜੀ, ਫਿਰ 24 ਨੂੰ ਅਸੀਂ 4 ਨਾਲ ਮਲਟੀਪਲਾਈ ਕਰਾਂਗੇ 16 8 96। ਫਿਰ 24 ਨੂੰ ਅਸੀਂ 5 ਨਾਲ ਮਲਟੀਪਲਾਈ ਕਰਾਂਗੇ ਤਾਂ ਰਿਜ਼ਲਟ ਕੀ ਆ ਗਿਆ ਸਾਡੇ ਕੋਲੇ 120। ਹੁਣ 120 ਸਾਡੇ ਕੋਲੇ ਕੀ ਆ ਗਿਆ 3 ਡਿਜਿਟ ਨੰਬਰ। ਤਾਂ ਅਸੀਂ ਕੀ ਲਿਖਾਂਗੇ ਸਮਾਲੈਸਟ 3 digit number is 120 is exactly, ठीक है जी, is exactly divisible by यानी कि ना चाहिए अपन 6 8 and 12। ठीक है जी, यही इसी फाइंड आउट करना सीगा। तो साडा स्मॉलेस्ट डिजिट केड़ा हो गया 120। ठीक है जी, इसी साडा 4th क्वेश्चन। ਹੁਣ ਆਪਾਂ ਚੱਲਦੇ ਹਾਂ ਨੈਕਸਟ 5th क्वेश्चन। ਹਾਂਜੀ ਸਟੂਡੈਂਟ, ਨੈਕਸਟ ਆਪਣੇ ਕੋਲ ਹੈਗਾ 5th क्वेश्चन। ਦੇਖੋ 5th क्वेश्चन ਚ ਕੀ ਕਹਿ ਰਹੇ ਨੇ, ਕਹਿੰਦੇ ਡਿਟਰਮਾਈਨ ਦੀ ਗ੍ਰੇਟੈਸਟ 3 ਡਿਜਿਟ ਨੰਬਰ ਐਗਜ਼ੈਕਟਲੀ ਡਿਵੀਜ਼ੀਬਲ ਬਾਈ 8 10 ਐਂਡ 12। ਅਸੀਂ ਗ੍ਰੇਟੈਸਟ 3 ਡਿਜਿਟ ਨੰਬਰ ਫਾਈਂਡ ਆਊਟ ਕਰਨਾ ਹੈ ਜੋ ਕਿ 8 10 ਔਰ 12 ਨਾਲ ਪੂਰਾ ਪੂਰਾ ਡਿਵਾਈਡ ਹੋ ਜਾਏ। ਠੀਕ ਹੈ ਜੀ, ਇਹਦੇ ਲਈ ਵੀ ਸਾਨੂੰ ਇਹਨਾਂ 3 ਡਿਜਿਟ ਜੋ ਵੀ ਸਾਨੂੰ ਗਿਵਨ ਡਿਜਿਟ ਦਿੱਤੇ ਹੋਏ ਇਹਨਾਂ ਦਾ ਐਲਸੀਐਮ ਫਾਈਂਡ ਆਊਟ ਕਰਨਾ ਪਊਗਾ। ਠੀਕ ਹੈ ਜੀ, ਤਾਂ ਐਲਸੀਐਮ ਕਿਹਦੇ ਕੋਲ ਹੋਗਾ LCM ਆਫ 8 10 ਐਂਡ 12। ठीक है जी, एलसीएम फाइंड आउट करांगे। देखो एलसीएम फाइंड आउट करने 8 10 12। अगर ਅਸੀਂ ਚੈੱਕ ਕਰੀ ਤਾਂ ਸਾਡੇ ਕੋਲੇ ਤਿੰਨੋਂ ਹੀ ਇਵਨ ਨੰਬਰ ਨੇ, ਇਟ ਮੀਨਸ 2 ਤੇ ਡਿਵਾਈਡ ਹੋ ਜਾਣਗੇ ਈਜ਼ੀਲੀ। ਠੀਕ ਹੈ ਜੀ, ਤਾਂ ਆਪਣੇ ਕੋਲ ਕੀ ਆ ਗਿਆ 4 5 ਐਂਡ 6। ਇਸ ਤੋਂ ਬਾਅਦ 4 ਤੇ 6 ਇਵਨ ਨੰਬਰ ਨੇ, ਫਿਰ 2 ਤੇ ਡਿਵਾਈਡ ਹੋ ਜਾਊਗਾ 2 5 3। ਠੀਕ ਹੈ ਜੀ, ਫਿਰ ਸਾਡੇ ਕੋਲੇ 2 ਇਵਨ ਨੰਬਰ ਹੈ। ਇਸ ਤੋਂ ਬਾਅਦ 3 ਤੇ ਡਿਵਾਈਡ ਹੋਊਗਾ, ਪ੍ਰਾਈਮ ਨੰਬਰ ਨੇ। ਠੀਕ ਹੈ ਜੀ, 1 आ जाएगा एंड 5 भी प्राइम नंबर है तो 5 से डिवाइड होगा। ਹੁਣ अगर आप अपना LCM देखिए, LCM किधर इक्वल होगा, मल्टीप्लाई करो इन्हें सारे नो 2 मल्टीप्लाई 2 मल्टीप्लाई 2 मल्टीप्लाई 3 मल्टीप्लाई 5। ठीक है जी, 2 ਨੂੰ 2 ਨਾਲ ਮਲਟੀਪਲਾਈ ਕਰਾਂਗੇ 4 4 ਨੂੰ 2 ਨਾਲ ਮਲਟੀਪਲਾਈ ਕਰਾਂਗੇ 8 8 ਨੂੰ ਅਸੀਂ 5 ਨਾਲ ਮਲਟੀਪਲਾਈ ਕਰ ਦਈਏ, ਆਪਣੇ ਕੋਲ ਰਿਜ਼ਲਟ ਆ ਗਿਆ 40 40 ਨੂੰ ਅਸੀਂ 3 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਕੀ ਆ ਗਿਆ ਰਿਜ਼ਲਟ 120। ਹੁਣ ਦੇਖੋ ਆਪਾਂ ਨੂੰ ਇਹਨੂੰ ਪੁੱਛਿਆ ਗ੍ਰੇਟੈਸਟ 3 ਡਿਜਿਟ ਨੰਬਰ। ਇਟ ਮੀਨਸ ਹੁਣ ਸਾਡੇ ਕੋਲੇ ਸਾਰੇ ਕਿਹਦੇ ਮਲਟੀਪਲ ਆ ਜਾਣਗੇ
120 ਤੇ 120 ਦੀ ਅਗਰ ਅਸੀਂ ਲਾਸਟ ਤੋਂ ਚੈੱਕ ਕਰਨਾ ਸਟਾਰਟ ਕਰੀਏ 9 ਤੋਂ ਚੈੱਕ ਕਰਨਾ ਸਟਾਰਟ ਕਰੀਏ ਠੀਕ ਹੈ ਜੀ 120 ਨੂੰ 9 ਨਾਲ ਮਲਟੀਪਲਾਈ ਕਰੀਏ 0 ਐਂਡ 18 1 कैरी 9 10 देखो 1080 आ गया ये तो 4 डिजिट नंबर हो गया सानू चाहिए 3 डिजिट नंबर ठीक है जी अगर ਅਸੀਂ 120 ਨੂੰ 8 ਨਾਲ ਮਲਟੀਪਲਾਈ ਕਰ ਲਈਏ ਇਹਨੂੰ 8 ਨਾਲ ਮਲਟੀਪਲਾਈ ਕਰਾਂਗੇ ਲਾਸਟ ਦੇ ਵਿੱਚ 0 ਐਂਡ 16 8 ਨੂੰ 1 ਨਾਲ ਮਲਟੀਪਲਾਈ ਕਰਾਂਗੇ 8 8 1 9 9 60 ਇਟ ਮੀਨਸ ਸਾਡਾ ਜਿਹੜਾ ਗ੍ਰੇਟੈਸਟ ਨੰਬਰ ਹੋ ਗਿਆ 3 ਡਿजिट ਜਿਹੜਾ ਇਹਨਾਂ 3 ਨੰਬਰਸ ਨਾਲ ਪੂਰਾ ਪੂਰਾ ਡਿਵਾਈਡ ਹੋਗਾ ਉਹ ਕੀ ਆ ਗਿਆ 960 इट मीन्स ਅਸੀਂ ਕੀ ਲਿਖਾਂਗੇ greatest 3 digit number is 960 exactly ठीक है जी exactly की अपने बोले divisible by 8 10 and ईजी फाइंड आउट करना सी साडा ग्रेटेस्ट नंबर केड़ा आ गया 960 ठीक है जी ये सी साडा 5th क्वेश्चन हुन आपां चलदे हैं नेक्स्ट 6th क्वेश्चन हां जी स्टूडेंट नेक्स्ट आपने को लेगा 6th क्वेश्चन देखो 6th क्वेश्चन च की कह रहे हैं कहंदे द ट्रैफिक लाइट्स एट 3 डिफरेंट रोड क्रॉसिंग चेंज आफ्टर एवरी 48 सेकंड्स 72 सेकंड्स एंड 108 सेकंड्स रिस्पेक्टिवली ठीक है जी तीन सड़कां ने ठीक है जी रोड क्रॉस हो रही ने 3 उन्हां ऊपर जो लाइट्स लगी हुई ने वो अपने को की हो रही है चेंज हो रही है फर्स्ट लाइट है जी 48 सेकंड्स बाद चेंज हो रही है एंड सेकंड लाइट जी है 72 सेकंड्स बाद चेंज हो रही है एंड जी थर्ड लाइट है वो 108 सेकंड्स बाद चेंज हो रही है उस बाद सानू की कहता है कहते इफ दे चेंज साइमल्टेनियसली एट 7 AM एट व्हाट विल दे चेंज साइमल्टेनियसली अगेन कहते जो वो इक्को समय 7 AM ठीक है सवेर के 7 बजे चेंज होईयां होण तो वो दोबारा ਜਿਹੜੀਆਂ ਹੈਗੀਆਂ ਨੇ ਕਿੰਨੇ ਟਾਈਮ ਬਾਅਦ ਚੇਂਜ ਹੋਣੀਆਂ ਆਪਾਂ ਇਹ ਜਿਹੜਾ ਹੈਗਾ ਫਾਈਂਡ ਆਊਟ ਕਰਨਾ ਠੀਕ ਹੈ ਜੀ ਇਹਦੇ ਲਈ ਅਸੀਂ ਕੀ ਕਰਾਂਗੇ ਜੋ ਵੀ ਸਾਡੇ ਕੋਲੇ ਲਾਈਟਸ ਦਿੱਤੀਆਂ ਹੋਈਆਂ ਨੇ ਆਪਾਂ ਉਹਨਾਂ ਦਾ LCM ਫਾਈਂਡ ਆਊਟ ਕਰਾਂਗੇ ਠੀਕ ਹੈ ਜੀ LCM ਫਿਰ ਆਪਣੇ ਕੋਲੇ ਕੀ ਨਿਕਲੂਗਾ ਟਾਈਮ ਪੀਰੀਅਡ ਆਫਟਰ ਵਿਚ ਥੀਸ ਲਾਈਟਸ ਚੇਂਜ ਇਸ ਤੋਂ ਬਾਅਦ ਜਿਹੜੀਆਂ ਉਹ ਲਾਈਟਸ ਕਿੰਨੇ ਟਾਈਮ ਬਾਅਦ ਜਿਹੜੀਆਂ ਹੈਗੀਆਂ ਚੇਂਜ ਹੋਣਗੀਆਂ ਅਗਰ ਅਸੀਂ ਇਹਨਾਂ ਦਾ LCM ਫਾਈਂਡ ਆਊਟ ਕਰ ਲਾਂਗੇ ਤਾਂ ਉਹ ਕੀ ਨਿਕਲ ਆ ਜਾਊਗਾ ਕਿ ਜਿਹੜੀਆਂ ਸਾਡੀਆਂ ਲਾਈਟਸ ਨੇ ਉਹ ਕਿੰਨੇ ਟਾਈਮ ਬਾਅਦ ਚੇਂਜ ਹੁੰਦੀਆਂ ਨੇ ਠੀਕ ਹੈ ਜੀ ਇੱਕੋ ਸਮੇਂ ਕਿੰਨੇ ਟਾਈਮ ਬਾਅਦ ਚੇਂਜ ਹੁੰਦੀਆਂ ਨੇ तो हम देखो जो तुसी इहदा LCM फाइंड आउट करांगे साडे कोले की नंबर दिते हुए ने पहला है 48 सेकंड 72 सेकंड्स एंड 108 सेकंड्स तो देखो सारे अपने कोले इवन नंबर ने ठीक है जी सारे इवन नंबर ने अपन 2 तो स्टार्ट करांगे देखो 2 ਨੂੰ 48 ਨਾਲ डिवाइड करांगे 24 2 ਨੂੰ 72 ਨਾਲ डिवाइड करांगे 36 2 ਨੂੰ 108 ਨਾਲ डिवाइड करांगे 54 फिर अगेन सारे इवन नंबर ने फिर 2 ਤੇ डिवाइड होगा ठीक है जी 24 ਨੂੰ 2 ਨਾਲ डिवाइड करांगे 12 36 ਨੂੰ 2 ਨਾਲ डिवाइड करांगे 18 एंड 54 ਨੂੰ 2 ਨਾਲ ਡਿਵਾਈਡ ਕਰਾਂਗੇ 27 ਸਾਰਿਆਂ ਦਾ ਹਾਫ ਹੋ ਜਾਊਗਾ ਉਸ ਤੋਂ 12 ਤੇ 18 ਸਾਡੇ ਕੋਲ ਫੇਰ ਇਵਨ ਨੰਬਰ ਨੇ ਮੀਨਸ ਫਿਰ 2 ਤੇ ਡਿਵਾਈਡ ਕਰਾਂਗੇ 12 ਨੂੰ 2 ਨਾਲ ਡਿਵਾਈਡ ਕਰਾਂਗੇ 6 18 ਨੂੰ 2 ਨਾਲ ਡਿਵਾਈਡ ਕਰਾਂਗੇ 9 ਐਂਡ 27 ਐਜ਼ ਇਟ ਇਜ਼ ਰਹਿ ਜਾਊਗਾ ਕਿਉਂਕਿ ਔਡ ਨੰਬਰ ਹੈ ਇਸ ਤੋਂ ਸਾਡੇ ਕੋਲ 6 ਇਵਨ ਨੰਬਰ ਪਿਆ ਸੀ ਫਿਰ 2 ਤੇ ਡਿਵਾਈਡ ਕਰਾਂਗੇ ਠੀਕ ਹੈ ਜੀ ਹੁਣ 6 ਨੂੰ 2 ਨਾਲ ਡਿਵਾਈਡ ਕੀਤਾ 3 9 ਐਂਡ 27 ਐਜ਼ ਇਟ ਇਜ਼ ਆ ਜਾਣ ਹੁਣ ਸਾਰੇ ਸਾਡੇ ਕੋਲੇ ਔਡ ਨੰਬਰ ਹੋ ਗਏ ਇਟ ਮੀਨਸ ਅਸੀਂ 3 ਤੇ ਡਿਵਾਈਡ ਕਰਾਂਗੇ 3 ਨੂੰ 3 ਨਾਲ ਡਿਵਾਈਡ ਕਰਾਂਗੇ 1 9 ਨੂੰ 3 ਨਾਲ ਡਿਵਾਈਡ ਕਰਾਂਗੇ 3 27 ਨੂੰ 3 ਨਾਲ ਡਿਵਾਈਡ ਕਰਾਂਗੇ 9 ਆ ਗਿਆ ਇਸ ਤੋਂ ਬਾਅਦ ਦੇਖੋ ਫਿਰ ਅਗੇਨ 3 ਤੇ ਡਿਵਾਈਡ ਹੋ ਰਿਹਾ 3 ਨੂੰ 3 ਨਾਲ ਡਿਵਾਈਡ ਕਰਾਂਗੇ 1 ਐਂਡ 9 ਨੂੰ 3 ਨਾਲ ਡਿਵਾਈਡ ਕਰਾਂਗੇ 3 ਲਾਸਟ ਤੇ ਬਚਿਆ 3 ਨੂੰ 3 ਨਾਲ ਡਿਵਾਈਡ ਕਰਾਂਗੇ ਆਪਣੇ ਕੋਲੇ ਲਾਸਟ ਤੇ ਸਾਰਾ 1 1 ਰਿਜ਼ਲਟ ਆ ਗਿਆ ਹੁਣ ਦੇਖੋ ਜਦੋਂ ਅਸੀਂ ਇਹਨਾਂ ਦਾ LCM ਫਾਈਂਡ ਆਊਟ ਕਰਾਂਗੇ ਇਟ ਮੀਨਸ ਜੋ ਵੀ ਸਾਡੇ ਕੋਲੇ ਫੈਕਟਰ ਆਏ ਨੇ ਆਪਾਂ ਸਾਰਿਆਂ ਨੂੰ ਮਲਟੀਪਲਾਈ ਕਰ ਦਾਂਗੇ ਆਪਸ ਦੇ ਵਿੱਚ ਮਲਟੀਪਲਾਈ ਕਰਾਂਗੇ ਤਾਂ ਮੇਰੇ ਕੋਲੇ ਰਿਜ਼ਲਟ ਆ ਗਿਆ 432 ਸਾਰੇ ਜੋ ਵੀ ਮੇਰੇ ਕੋਲੇ ਫੈਕਟਰ ਬਣੇ ਨੇ ਆਪਾਂ ਸਾਰਿਆਂ ਨੂੰ ਮਲਟੀਪਲਾਈ ਕਰਤਾ ਆਪਸ ਦੇ ਵਿੱਚ ਮਲਟੀਪਲਾਈ ਕਰਨ ਤੋਂ ਬਾਅਦ ਮੇਰੇ ਕੋਲ ਰਿਜ਼ਲਟ ਆ ਗਿਆ 432 ਆਪਾਂ ਲੈ ਕੇ ਚੱਲੇ ਸੀ ਕਿ ਇਹਨਾਂ ਦਾ LCM ਕਿਹਦੇ ਨਾਲ ਚੇਂਜ ਹੋਊਗਾ ਵੀ ਜੋ ਵੀ ਇਹ ਜਿੰਨੇ ਵੀ ਟਾਈਮ ਬਾਅਦ ਇਹ ਚੇਂਜ ਹੋਣਗੇ ਠੀਕ ਹੈ ਜੀ ਇਟ ਮੀਨਸ ਕੀ ਆ ਗਿਆ ਫਿਰ ਹੈਂਸ ਲਾਈਟਸ ਵਿਲ ਚੇਂਜ ਟੂਗੇਦਰ ਆਫਟਰ ਐਵਰੀ ਜਦੋਂ ਜੋ ਵੀ ਆਪਣੇ ਕੋਲੇ 3 ਲਾਈਟਸ ਨੇ ਇਹ ਇਕੱਠੀਆਂ ਕਿੰਨੇ ਟਾਈਮ ਬਾਅਦ ਚੇਂਜ ਹੁੰਦੀਆਂ ਨੇਗੀਆਂ ਇੱਕੋ ਸਮੇਂ ਕਿੰਨੇ ਟਾਈਮ ਬਾਅਦ ਚੇਂਜ ਹੁੰਦੀਆਂ ਨੇ 432 ਸੈਕਿੰਡਸ ਅਗਰ ਆਪਾਂ ਮਿੰਟ ਦੀ ਗੱਲ ਕਰੀਏ ਦੇਖੋ 432 अगर आप इन्होंने मिनट चेंज करना पे 60 ਨਾਲ डिवाइड कर लेंगे ठीक है जी क्योंकि 1 मिनट ਦੇ ਵਿੱਚ ਕਿੰਨੇ ਸੈਕਿੰਡਸ ਹੁੰਦੇ ਨੇ 60 ਅਸੀਂ 60 ਨਾਲ ਡਿਵਾਈਡ ਕਰਾਂਗੇ ਆਪਣੇ ਕੋਲ ਰਿਜ਼ਲਟ ਕੀ ਆ ਗਿਆ ਦੇਖੋ ਜਿਹੜਾ 742 1 ਰਿਮਾਈਂਡਰ 12 ਇਟ ਮੀਨਸ ਕੀ ਆ ਗਿਆ ਸਾਡੇ ਕੋਲ ਜਿਹੜਾ ਅਸੀਂ ਕੀ ਲਿਖ ਸਕਦੇ ਹਾਂ ਟਾਈਮ ਆ ਗਿਆ ਸਾਡੇ ਕੋਲੇ 7 ਮਿੰਟਸ ਐਂਡ 12 seconds
इस तरीके नाल भी लिख सकते हैं एंड 432 सेकंड्स भी लिख सकते हैं। ठीक है जी, यही असीं फाइंड आउट करना सी। इसी साडा 6th क्वेश्चन। हुण आपां चलदे हैं नैक्सट 7th क्वेश्चन जी। नैक्सट अपने को आ गया 7th क्वेश्चन। देखो 7th क्वेश्चन च देखिए अगर कहते 3 कंटेनर्स कंटेन 403 लीटर्स 434 लीटर्स एंड 465 लीटर्स ऑफ डीजल रिस्पैक्टिवली। साडे कोले 3 कंटेनर्स ने, ठीक है जी, 3 डब्बे ने जिन्हां दे विच डीजल पिया होया। जिवें फर्स्ट डब्बा जिहड़ा हैगा उहदे च डीजल हैगा साडे कोले 403 लीटर है एंड सैकेंड दे विच 434 लीटर है एंड थर्ड दे विच 465 लीटर अपन ने डीजल पाया। ठीक है जी, कहते फाइंड द मैक्सिमम कैपेसिटी ऑफ अ कंटेनर दैट कैन मेजर द डीजल ऑफ द 3 कंटेनर्स एग्जैक्ट मेजर ऑफ टाइम्स। ਅਸੀਂ ਨੇ ਉਹ ਵੱਧ ਤੋਂ ਵੱਧ ਕੰਪੈਸਿਟੀ ਵਾਲਾ ਜਿਹੜਾ ਹੈਗਾ ਕੰਟੇਨਰ ਫਾਈਂਡ ਆਊਟ ਕਰਨਾ ਹੈ ਜੋ ਇਹ ਤਿੰਨਾਂ ਨੂੰ, ਠੀਕ ਹੈ ਜੀ, ਜੋ ਵੀ ਸਾਡੇ ਕੋਲੇ 3 ਕੰਟੇਨਰਸ ਦਿੱਤੇ ਹੋਏ ਨੇ ਇਹਨਾਂ ਦੇ 3 ਦੇ ਮਾਪ ਨੂੰ ਸਹੀ ਟਾਈਮ ਤੇ ਐਗਜ਼ੈਕਟ ਮਾਪ ਸਕੇ। ਠੀਕ ਹੈ ਜੀ, ਅਸੀਂ ਉਹ ਵਾਲਾ ਫਾਈਂਡ ਆਊਟ ਕਰਨਾ ਹੈ। ਹੁਣ ਦੇਖੋ ਇੱਥੇ ਆਪਣੇ ਕੋਲੇ ਗੱਲ ਹੋ ਗਈ ਮੈਕਸਿਮਮ ਕੈਪੈਸਿਟੀ ਦੀ। ਮੈਕਸਿਮਮ ਕੈਪੈਸਿਟੀ, ਜਿੱਥੇ ਵੀ ਮੈਕਸਿਮਮ ਕੈਪੈਸਿਟੀ ਦੀ ਗੱਲ ਹੁੰਦੀ ਹੈ, ਆਪਾਂ ਪਹਿਲਾਂ ਹੀ ਪੜਿਆ ਸੀ, ਜਿੱਥੇ ਵੀ ਮੈਕਸਿਮਮ ਆ ਗਿਆ ਅਸੀਂ ਕੀ ਫਾਈਂਡ ਆਊਟ ਕਰਨਾ ਉੱਤੇ ਹਾਈਐਸਟ ਕਾਮਨ ਫੈਕਟਰ। ਹਾਈਐਸਟ ਕਾਮਨ ਫੈਕਟਰ ਇਟ ਮੀਨਸ ਅਸੀਂ HCF फाइंड आउट करना। तो ਅਸੀਂ फाइंड आउट करांगे HCF ऑफ जो भी साडे कोल 3 कंटेनर्स गिवन ने। 3 कंटेनर्स की ने 403 434 एंड 465। ਹੁਣ HCF फाइंड आउट करनी सानू इन्हां तिन्नां दे फैक्टर चाहिए ने। ठीक है जी, 403 ਦਾ एंड अगर ਅਸੀਂ चेक करिए 434 ਦਾ एंड 465। ਹੁਣ अगर ਅਸੀਂ 403 ਨੂੰ ਚੈੱਕ ਕਰੀਏ, ਦੇਖੋ ऑड नंबर है, 2 ਤੇ ਤਾਂ ਡਿਵਾਈਡ ਨਹੀਂ ਹੁੰਦਾ। 3 ਤੇ ਚੈੱਕ ਕਰੀਏ, ਡਿਜਿਟ ਦਾ ਸਮ 7 ਆ ਰਿਹਾ, 3 ਤੇ ਵੀ ਨਹੀਂ ਡਿਵਾਈਡ ਹੁੰਦਾ, 4 ਤੇ ਵੀ ਨਹੀਂ ਡਿਵਾਈਡ ਹੁੰਦਾ, 5 ਤੇ ਵੀ ਨਹੀਂ ਡਿਵਾਈਡ ਹੁੰਦਾ, ਲਾਸਟ ਤੇ 5 ਨਹੀਂ ਹੈਗਾ, 0 ਨਹੀਂ ਹੈਗੀ। ठीक है, 6 ਤੇ ਵੀ ਨਹੀਂ ਡਿਵਾਈਡ ਹੁੰਦਾ, ऑड नंबर है, 7 ਤੇ ਵੀ ਨਹੀਂ ਡਿਵਾਈਡ ਹੁੰਦਾ। अगर ਅਸੀਂ ਚੈੱਕ ਕਰੀਏ 8 ਤੇ ਵੀ ਡਿਵਾਈਡ ਨਹੀਂ ਹੁੰਦਾ क्योंकि ਲਾਸਟ 2 ਡਿਜਿਟ ਡਿਵਾਈਡ ਨਹੀਂ ਹੋ ਰਹੇ। अगर ਅਸੀਂ ਚੈੱਕ ਕਰੀਏ ਇਹਨੂੰ 9 ਤੇ ਵੀ ਦੇ ਡਿਜਿਟ ਦਾ ਸਮ 7 ਆ ਰਿਹਾ, ਇਟ ਮੀਨਸ ਨਹੀਂ ਡਿਵਾਈਡ ਹੋ ਰਿਹਾ। 10 ਤੇ ਲਾਸਟ ਤੇ 0 नहीं हैगी, 10 ਤੇ भी नहीं डिवाइड ਹੁੰਦਾ है। 11 देखिए अगर ਅਸੀਂ 11 ਤੇ ਵੀ डिवाइड नहीं हो रहा है। 12 ਤੇ ਆਪਣੇ ਕੋਲ ਇਹ ऑड ਨੰਬਰ ਹੈ। ਹੁਣ ਆਪਾਂ ਚੈੱਕ ਕਰੀਏ ਇਹਨੂੰ 13 ਤੇ। ਠੀਕ ਹੈ ਜੀ, 13 ਤੇ ਚੈੱਕ ਕਰੀਏ ਅਸੀਂ ਤਾਂ ਆਪਣੇ ਕੋਲ ਦੇਖੋ ਕਿੰਨੇ ਤੇ ਜਾਊਗਾ ਇਹ। 13 ਤੇ 3 ਤੇ ਗਿਆ 39। ਠੀਕ ਹੈ ਜੀ, ਆਪਣੇ ਕੋਲੇ 13 3 ਅੱਗੇ ਆਪਾਂ ਇਹਨੂੰ ਮਾਈਨਸ ਕਰਾਂਗੇ। ਠੀਕ ਹੈ ਜੀ, 10 ਦੇ ਵਿੱਚੋਂ 9 ਮਾਈਨਸ ਕੀਤੇ 1 ਆ ਗਿਆ एंड 1 सॉरी इतने 3 ਸੀਗਾ 403 ਸੀ। ठीक है जी, ਇੱਥੇ ਅਸੀਂ 3 ਲਵਾਂਗੇ ਤੇ ਮੀਨਸ ਸਾਡੇ ਕੋਲ ਕੀ ਆ ਗਿਆ 31। 13 ਤੇ ਡਿਵਾਈਡ ਹੋਇਆ ਆਪਣੇ ਕੋਲ ਪੂਰਾ ਇਹ ਕਿੱਥੇ ਆ ਗਿਆ ਸਾਡੇ ਕੋਲ 31 ਪ੍ਰਾਈਮ ਨੰਬਰ ਹੈ, 31 ਤੇ ਜਾਊਗਾ ਮੀਨਸ 403 ਦੇ ਆਪਣੇ ਕੋਲ ਇਹ ਫੈਕਟਰ ਆ ਗਿਆ। ਹੁਣ 434 ਸਾਡੇ ਕੋਲ ਇੱਕ ਈਵਨ ਨੰਬਰ ਹੈ। ਠੀਕ ਹੈ ਜੀ, ਈਵਨ ਨੰਬਰ ਇਟ ਮੀਨਸ ਇਹ 2 ਤੇ ਜਾਊਗਾ 2 1 7। ਹੁਣ ਆਪਣੇ ਕੋਲ ਬਣ ਗਿਆ ਇਹ ऑड नंबर। ऑड नंबर ਤਾਂ ਡਿਵਾਈਡ ਹੁੰਦਾ ਨਹੀਂਗਾ। ਠੀਕ ਹੈ ਜੀ, अगर ਅਸੀਂ ਇਹਨੂੰ ਦੇਖੀਏ 3 ਤੇ ਚੈੱਕ ਕਰੀਏ 3 ਤੇ ਤਾਂ ਡਿਵਾਈਡ ਹੋ ਨਹੀਂ ਰਿਹਾ। ਠੀਕ ਹੈ ਜੀ, ਕਿਉਂਕਿ ਡਿਜਿਟ ਦਾ ਸਮ ਦੇਖੋ ਕਿੰਨਾ ਆ ਰਿਹਾ ਆਪਣੇ ਕੋਲ 10 ਆ ਰਿਹਾ, 10 ਨਹੀਂ ਡਿਵਾਈਡ ਹੋ ਰਿਹਾ। 4 ਤੇ ਵੀ ਨਹੀਂ ਡਿਵਾਈਡ ਹੋ ਰਿਹਾ, 5 ਤੇ ਵੀ ਨਹੀਂ ਡਿਵਾਈਡ ਹੋ ਰਿਹਾ, 6 ਤੇ ਵੀ ਨਹੀਂ। अगर ਅਸੀਂ 7 ਤੇ ਚੈੱਕ ਕਰੀਏ ਤਾਂ ਸਾਡੇ ਕੋਲ 7 ਤੇ ਡਿਵਾਈਡ ਹੋ ਗਿਆ, ਉਸ ਤੋਂ 31 ਆ ਗਿਆ। ਠੀਕ ਹੈ ਜੀ, ਹੁਣ ਨੈਕਸਟ ਦੇਖੋ ਆਪਣੇ ਕੋਲ ਲਾਸਟ ਤੇ 5। अगर ਅਸੀਂ 3 ਤੇ ਚੈੱਕ ਕਰੀਏ, ਪਹਿਲਾਂ ਆਪਾਂ ਡਿਜਿਟ ਦਾ ਸਮ ਕਰੀਏ 10 15 15 3 ਤੇ ਡਿਵਾਈਡ ਹੋਗਾ, ਇਟ ਮੀਨਸ ਇਹ 3 ਤੇ ਡਿਵਾਈਡ ਹੋਗਾ। 3 ਤੇ ਚੈੱਕ ਕਰੋ 1। ठीक है जी, फिर 5 फिर 5। ठीक है जी, इस तो बाद हम 115 ये नहीं डिवाइड होता क्योंकि डिजिट का सम 20 हो गया। हम आप इन्हें डिवाइड करेंगे 5 से 31 आ गया, 31 की जगह 1 आ गया। ठीक है जी, हम अगर ਅਸੀਂ ਗੱਲ ਕਰੀਏ ਫੈਕਟਰ ਸੀ 13 ਆਪਣੇ ਕੋਲ 403 ਦੇ ਫੈਕਟਰ ਆ ਗਏ 13 ਮਲਟੀਪਲਾਈ 31 ਐਂਡ 434 ਦੇ ਫੈਕਟਰ ਆ ਗਏ ਆਪਣੇ ਕੋਲ 2 ਮਲਟੀਪਲਾਈ 7 ਮਲਟੀਪਲਾਈ 31 एंड जो है अपने को 465। ठीक है जी, वो आ गया अपने को फैक्टर 3 मल्टीप्लाई 5 मल्टीप्लाई 31। अगर ਅਸੀਂ ਗੱਲ ਕਰੀਏ HCF ਦੀ, HCF ਇਹਨਾਂ ਤਿੰਨਾਂ ਦੇ ਵਿੱਚੋਂ ਕਾਮਨ ਸਾਡੇ ਕੋਲ ਕੀ ਪਿਆ 31, ਤਾਂ ਸਾਡੇ ਕੋਲ HCF ਕੀ ਆ ਗਿਆ 31। ਤਾਂ ਸਾਡੇ ਕੋਲ ਮੈਕਸਿਮਮ ਕੈਪੈਸਿਟੀ ਆਫ ਕੰਟੇਨਰ ਕੀ ਆ ਗਿਆ ਮੈਕਸਿਮਮ ਕੈਪੈਸਿਟੀ ਆਫ ਅ ਕੰਟੇਨਰ। ਠੀਕ ਹੈ ਜੀ, मैक्सिमम फाइंड आउट करनी सी इज 31 लीटर। यही सी फाइंड आउट करना सी। ठीक है जी, तो साडे कोल मैक्सिमम कैपेसिटी कितनी आ गई 31 लीटर कंटेनर दी। इसी साडा 7th क्वेश्चन। ਹੁਣ ਆਪਾਂ ਚੱਲਦੇ ਹਾਂ नेक्स्ट 8th क्वेश्चन। ਹਾਂਜੀ स्टूडेंट, नेक्स्ट ਆਪਣੇ ਕੋਲ ਹੈਗਾ 8th सम। देखो 8th सम ਚ ਕੀ ਕਹਿ ਰਹੇ ਨੇ, ਕਹਿੰਦੇ फाइंड द लीस्ट नंबर व्हिच व्हेन डिवाइडेड बाय 6
15 and 18 leave remainder 5 in each case। ਅਸੀਂ ਐਵੇਂ ਉਹ ਛੋਟੇ ਤੋਂ ਛੋਟਾ ਇੱਕ ਨੰਬਰ ਫਾਈਂਡ ਆਊਟ ਕਰਨਾ ਹੈ ਜਿਹਨੂੰ ਅਸੀਂ 6 15 ਐਂਡ 18 ਨਾਲ ਜਦੋਂ ਡਿਵਾਈਡ ਕਰੀਏ ਤਾਂ ਸਾਡੇ ਕੋਲੇ ਰਿਮਾਈਂਡਰ ਹਰ ਕੇਸ ਦੇ ਵਿੱਚ ਰਿਮਾਈਂਡਰ ਕੀ ਆਵੇ 5। ਮੀਨਸ ਡਿਵਾਈਡ ਕਰਨ ਤੋਂ ਬਾਅਦ ਸਾਡੇ ਕੋਲੇ ਬਾਕੀ ਕੀ ਬਚੇ 5 ਬਚੇ ਇਹਨਾਂ 3 ਨੰਬਰਸ ਨਾਲ। ਅਸੀਂ ਐਵੇਂ ਦਾ ਛੋਟੇ ਤੋਂ ਛੋਟਾ ਨੰਬਰ ਫਾਈਂਡ ਆਊਟ ਕਰਨਾ। ਹੁਣ ਦੇਖੋ ਇੱਥੇ ਆਪਣੇ ਕੋਲੇ ਕੁਐਸਚਨ ਦੇ ਵਿੱਚ ਗੱਲ ਹੋ ਰਹੀ ਹੈ ਲੀਸਟ ਨੰਬਰ ਦੀ। ਲੀਸਟ ਨੰਬਰ ਇਟ ਮੀਨਸ ਮਿਨੀਮਮ ਨੰਬਰ। ਜਿੱਥੇ ਵੀ ਸਾਡੇ ਕੋਲੇ ਮਿਨੀਮਮ ਦੀ ਗੱਲ ਹੁੰਦੀ ਆ ਉੱਥੇ ਅਸੀਂ ਕੀ ਫਾਈਂਡ ਆਊਟ ਕਰਦੇ ਆ ਐਲਸੀਐਮ। ਠੀਕ ਹੈ ਜੀ, ਜੋ ਵੀ ਸਾਡੇ ਕੋਲੇ ਗਿਵਨ ਨੰਬਰ ਨੇ ਅਸੀਂ ਉਹਨਾਂ ਦਾ ਐਲਸੀਐਮ ਫਾਈਂਡ ਆਊਟ ਕਰਾਂਗੇ। ਐਲਸੀਐਮ ਆਫ ਕਿਹੜੇ ਨੰਬਰ ਦਾ ਐਲਸੀਐਮ ਫਾਈਂਡ ਆਊਟ ਕਰਨਾ ਆਪਣੇ 6 15 ਐਂਡ 18 ਦਾ। ਠੀਕ ਹੈ ਜੀ, ਚਲੋ ਹੁਣ ਆਪਾਂ ਇਹਨਾਂ ਦਾ ਜਦੋਂ ਐਲਸੀਐਮ ਫਾਈਂਡ ਆਊਟ ਕਰਾਂਗੇ ਤਾਂ ਰਿਜ਼ਲਟ ਕੀ ਆਊਗਾ। ਰਿਜ਼ਲਟ ਕੀ ਆਊਗਾ ਦੇਖੋ ਹੁਣ ਆਪਣੇ ਕੋਲੇ ਡਿਵਾਈਡ ਹੋ ਰਿਹਾ ਇਹ ਦੋਨੋਂ 18 ਐਂਡ 6 ਈਵਨ ਨੰਬਰ ਨੇ। ਇਟ ਮੀਨਸ 2 ਤੇ ਡਿਵਾਈਡ ਕਰਾਂ 2 ਤੇ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਇੱਥੇ ਆ ਗਿਆ 3 15 ਐਂਡ 9। ਠੀਕ ਹੈ ਜੀ, ਹੁਣ ਦੇਖੋ ਸਾਰੇ ਆਪਣੇ ਕੋਲੇ ਔਡ ਨੰਬਰ ਆ ਗਏ। ਹੁਣ ਇਸ ਤੋਂ ਬਾਅਦ 2 ਤੋਂ ਬਾਅਦ ਅਸੀਂ ਆਪਾਂ 3 ਤੇ ਚੈੱਕ ਕਰਾਂਗੇ। ਦੇਖੋ ਤਿੰਨੋਂ ਹੀ ਸਾਡੇ ਕੋਲੇ 3 ਤੇ ਡਿਵਾਈਡ ਹੋ ਰਹੇ ਨੇ। 3 ਨਾਲ ਡਿਵਾਈਡ ਕਰੋ 1 5 3 ਫਿਰ 3 ਤੇ ਡਿਵਾਈਡ ਹੋ ਰਹੇ 1 ਆ ਗਿਆ। ਲਾਸਟ ਸਾਡੇ ਕੋਲ ਰਹਿ ਗਿਆ 5 ਜੋ ਕਿ ਸਾਡੇ ਕੋਲ ਇੱਕ ਪ੍ਰਾਈਮ ਨੰਬਰ ਹੈ ਤਾਂ ਉਹ 5 ਤੇ ਡਿਵਾਈਡ ਹੋਗਾ। ਠੀਕ ਹੈ, ਹੁਣ ਆਪਣੇ ਕੋਲੇ ਐਲਸੀਐਮ ਕੀ ਆ ਤਿੰਨੋਂ ਨੰਬਰ ਦਾ ਐਲਸੀਐਮ ਕੀ ਆਇਆ ਦੇਖੋ 2 ਮਲਟੀਪਲਾਈ 3 ਮਲਟੀਪਲਾਈ 3 ਮਲਟੀਪਲਾਈ 5। ਠੀਕ ਹੈ ਜੀ, ਹੁਣ ਅਗਰ ਆਪਾਂ 3 ਨੂੰ 2 ਨਾਲ ਮਲਟੀਪਲਾਈ ਕਰੀਏ 6 ਆ ਗਿਆ। ਠੀਕ ਹੈ ਜੀ, 6 ਨੂੰ 3 ਨਾਲ ਮਲਟੀਪਲਾਈ ਕਰਾਂਗੇ 18 ਨੂੰ 5 ਨਾਲ ਮਲਟੀਪਲਾਈ ਕਰਾਂਗੇ ਸਾਡੇ ਕੋਲ ਰਿਜ਼ਲਟ ਕੀ ਆਏਗਾ 90। ਹੁਣ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਕੋਲੇ ਰਿਮਾਈਂਡਰ ਆਉਣਾ ਚਾਹੀਦਾ 5। ਠੀਕ ਹੈ ਜੀ, ਤਾਂ ਸਾਡੇ ਕੋਲੇ ਜਿਹੜਾ ਹੋਊਗਾ ਲੀਸਟ ਨੰਬਰ ਤਾਂ ਫਿਰ ਸਾਡਾ ਜਿਹੜਾ ਹੈਗਾ ਲੀਸਟ ਨੰਬਰ ਉਹ ਕੀ ਆ ਜਾਊਗਾ ਲੀਸਟ ਨੰਬਰ 90 ਪਲੱਸ 5। ਜੋ ਵੀ ਰਿਮਾਈਂਡਰ ਆਪਾਂ ਇਸ ਨੰਬਰ ਦੇ ਵਿੱਚ ਪਲੱਸ ਕਰ ਦਾਂਗੇ। ਠੀਕ ਹੈ ਜੀ, 95 ਆ ਗਿਆ। ਹੁਣ ਅਗਰ ਅਸੀਂ 95 ਨੂੰ 6 15 ਐਂਡ 18 ਨਾਲ ਡਿਵਾਈਡ ਕਰੀਏ ਤਾਂ ਸਾਡੇ ਕੋਲ ਹਰ ਕੇਸ ਦੇ ਵਿੱਚ ਰਿਮਾਈਂਡਰ ਜਿਹੜਾ ਹੈਗਾ ਉਹ 95 ਬਚੂਗਾ। ਠੀਕ ਹੈ ਜੀ, ਤਾਂ ਸਾਡੇ ਕੋਲ ਰਿਜ਼ਲਟ ਕੀ ਆ ਗਿਆ 95। ਸਭ ਤੋਂ ਜਿਹੜਾ ਸਾਡਾ ਲੀਸਟ ਨੰਬਰ ਸਭ ਤੋਂ ਛੋਟਾ ਨੰਬਰ ਕੀ ਹੈ 95 ਨੂੰ ਜਦੋਂ ਅਸੀਂ ਨਾ ਤਿੰਨਾਂ ਨੰਬਰਸ ਨਾਲ ਡਿਵਾਈਡ ਕਰਾਂਗੇ ਤੇ ਸਾਡੇ ਕੋਲ ਰਿਮਾਈਂਡਰ ਕੀ ਹੋਊਗਾ 5। ਠੀਕ ਹੈ ਜੀ, ਇਹ ਅਸੀਂ ਫਾਈਂਡ ਆਊਟ ਕਰਨਾ ਸੀਗਾ। ਇਹ ਸੀ ਸਾਡਾ 8th ਕੁਐਸਚਨ। ਆਪਾਂ ਚੱਲਦੇ ਹਾਂ ਨੈਕਸਟ 9th ਕੁਐਸਚਨ। ਹਾਂਜੀ, ਨੈਕਸਟ ਆਪਣੇ ਕੋਲ ਹੈਗਾ 9th ਕੁਐਸਚਨ। ਦੇਖੋ 9th ਕੁਐਸਚਨ 'ਚ ਕੀ ਕਹਿ ਰਹੇ ਨੇ ਕਹਿੰਦੇ ਫਾਈਂਡ ਦੀ ਸਮਾਲੈਸਟ 4 ਡਿਜਿਟ ਨੰਬਰ ਵਿਚ ਇਜ਼ ਡਿਵੀਜ਼ੀਬਲ ਬਾਈ 18 24 ਐਂਡ 32। ਅਸੀਂ ਨੇ ਐਵੇਂ ਦਾ ਛੋਟੇ ਤੋਂ ਛੋਟਾ 4 ਅੰਕਾਂ ਵਾਲਾ ਨੰਬਰ ਫਾਈਂਡ ਆਊਟ ਕਰਨਾ ਹੈ। ਠੀਕ ਹੈ ਜੀ, ਜਿਹਨੂੰ ਅਸੀਂ 18 24 ਐਂਡ 13 ਨਾਲ ਪੂਰਾ ਡਿਵਾਈਡ ਕਰ ਸਕੀਏ। ਠੀਕ ਹੈ ਜੀ, 4 ਡਿਜਿਟ ਨੰਬਰਸ ਫਾਈਂਡ ਆਊਟ ਕਰਨਾ ਹੈ। ਹੁਣ ਦੇਖੋ ਇੱਥੇ ਗੱਲ ਹੋਈ ਹੈ ਸਾਡੇ ਕੋਲੇ ਸਮਾਲੈਸਟ ਦੀ। ਹੁਣ ਸਮਾਲੈਸਟ ਦਾ ਮਤਲਬ ਕੀ ਹੋ ਗਿਆ ਮਿਨੀਮਮ। ਮੈਂ ਕਿਹਾ ਸੀ ਜਿੱਥੇ ਵੀ ਸਾਡਾ ਮਿਨੀਮਮ ਹੋਊਗਾ ਅਸੀਂ ਕੀ ਫਾਈਂਡ ਆਊਟ ਕਰਾਂਗੇ ਐਲਸੀਐਮ। ਠੀਕ ਹੈ ਜੀ, ਹੁਣ ਸਾਡੇ ਕੋਲੇ ਜੋ ਵੀ ਗਿਵਨ ਨੰਬਰ ਨੇ ਉਹਨਾਂ ਦਾ ਅਸੀਂ ਫਾਈਂਡ ਆਊਟ ਕਰਨਾ ਹੈ ਐਲਸੀਐਮ। ਐਲਸੀਐਮ ਆਫ ਕਿਹਦਾ ਅਸੀਂ ਐਲਸੀਐਮ ਫਾਈਂਡ ਆਊਟ ਕਰਨਾ ਹੈ ਦੇਖੋ 18 24 ਐਂਡ 32। ਚਲੋ ਫਾਈਂਡ ਆਊਟ ਕਰੋ ਕਿਹਦਾ ਐਲਸੀਐਮ ਚਾਹੀਦਾ ਆਪਾਂ ਨੂੰ 18 24 ਐਂਡ 32। ਤਿੰਨੋਂ ਹੀ ਈਵਨ ਨੰਬਰ ਨੇ ਇਟ ਮੀਨਸ ਅਸੀਂ 2 ਤੇ ਡਿਵਾਈਡ ਕਰਾਂਗੇ। ਠੀਕ ਹੈ ਜੀ, 2 ਤੇ ਡਿਵਾਈਡ ਕਰਾਂਗੇ 18 ਨੂੰ 9 ਆ ਗਿਆ ਐਂਡ 24 ਨੂੰ 2 ਤੇ ਡਿਵਾਈਡ ਕਰਾਂਗੇ 12 32 ਨੂੰ 2 ਤੇ ਡਿਵਾਈਡ ਕਰਾਂਗੇ 16 ਆ। ਇਸ ਤੋਂ ਬਾਅਦ ਫਿਰ 2 ਤੇ ਡਿਵਾਈਡ ਹੋ ਰਿਹਾ 9 ਐਜ਼ ਇਟ ਇਜ਼ ਰਹਿ ਜਾਊਗਾ 6 ਆ ਗਿਆ ਆਪਣੇ ਕੋਲ 8 ਆ ਗਿਆ। ਠੀਕ ਹੈ ਜੀ, ਫਿਰ 2 ਤੇ ਡਿਵਾਈਡ ਹੋ ਰਿਹਾ 9 ਆ ਗਿਆ 3 ਆ ਗਿਆ ਐਂਡ 4 ਆ ਗਿਆ। ਫਿਰ 2 ਤੇ ਡਿਵਾਈਡ ਹੋ ਰਿਹਾ ਦੇਖੋ ਆਪਣੇ ਕੋਲੇ 2 ਤੇ ਡਿਵਾਈਡ ਕਰਾਂਗੇ 9 3 ਫਿਰ 2 ਆ ਜਾਊਗਾ। ਠੀਕ ਹੈ ਜੀ, ਫਿਰ 2 ਤੇ ਡਿਵਾਈਡ ਹੋ ਰਿਹਾ 9 3 1। ਇਸ ਤੋਂ ਬਾਅਦ 3 ਤੇ ਡਿਵਾਈਡ ਹੋਗਾ 3 1 1 ਫਿਰ 3 ਤੇ ਡਿਵਾਈਡ ਹੋ ਗਿਆ। ਰਿਜ਼ਲਟ ਕੀ ਆਏਗਾ ਆਪਣੇ ਕੋਲੇ 1 1 1। ਠੀਕ ਸਾਡੇ ਕੋਲੇ 1 1 ਆ ਗਈ ਅਸੀਂ ਰੁਕ ਜਾਣੇ ਹੁੰਦੇ ਆ। ਐਲਸੀਐਮ ਮਲਟੀਪਲਾਈ ਕਰੋ ਦੇਖੋ 2 ਦੇ ਫੈਕਟਰ 1 2 3 4 5 5 ਟਾਈਮ 2 ਆ ਗਿਆ ਆਪਣੇ ਕੋਲੇ 1 2 3 4 5 ਐਂਡ 2 ਟਾਈਮ ਆਪਣੇ ਕੋਲ ਹੈਗਾ 3। ਠੀਕ ਹੈ ਜੀ, ਮਲਟੀਪਲਾਈ ਕਰੋ 2 ਨੂੰ 2 ਨਾਲ ਮਲਟੀਪਲਾਈ ਕਰਾਂਗੇ 4 ਆ ਗਿਆ 4 ਨੂੰ 2 ਨਾਲ ਮਲਟੀਪਲਾਈ ਕਰਾਂਗੇ 8 ਆ ਗਿਆ 8 ਨੂੰ 2 ਨਾਲ ਮਲਟੀਪਲਾਈ ਕਰਾਂਗੇ 16 16 2 ਨਾਲ ਮਲਟੀਪਲਾਈ ਕਰਾਂਗੇ 32 ਐਂਡ 32 ਨੂੰ ਅਸੀਂ ਮਲਟੀਪਲਾਈ ਕਰਨੀ ਹੈ 3 ਨਾਲ। 32 ਨੂੰ ਮਲਟੀਪਲਾਈ ਕਰੋ 3 ਨਾਲ ਦੇਖੋ 6 9 96 ਆ ਗਿਆ ਐਂਡ 96 ਨੂੰ ਅਸੀਂ ਫੇਰ ਮਲਟੀਪਲਾਈ ਕਰਨੀ ਆ 3 ਨਾਲ ਤਾਂ ਰਿਜ਼ਲਟ ਕੀ ਆ ਗਿਆ ਆਪਣੇ ਕੋਲੇ 18 1 ਕੈਰੀ 27 ਐਂਡ 28 288 ਆਪਣੇ ਕੋਲੇ ਹੈਗਾ ਜਿਹੜਾ ਲੀਸਟ ਨੰਬਰ ਆ ਗਿਆ। ਠੀਕ ਹੈ ਜੀ, ਛੋਟਾ ਨੰਬਰ ਆ ਗਿਆ। ਹੁਣ ਦੇਖੋ ਸਾਨੂੰ ਕਿਹਾ ਸੀ 4 ਡਿਜਿਟ ਨੰਬਰ ਬਟ ਸਾਡੇ ਕੋਲੇ ਕੀ ਹੈਗਾ
3 डिजिट नंबर। ਹੁਣ ਜੋ ਵੀ ਆਪਾਂ 4 डिजिट नंबर फाइंड आउट करना है इट मीनस ਅਸੀਂ ਕਿਹਦੇ ਮਲਟੀਪਲ ਲੈ ਰਹੇ ਹਾਂ 288। ਅਗਰ ਅਸੀਂ ਚੈੱਕ ਕਰੀਏ ਠੀਕ ਹੈ ਜੀ ਤਾਂ ਸਾਡਾ ਕੋਲ ਜਿਹੜਾ ਹੋਗਾ ਲੀਸਟ ਜਾਂ ਅਸੀਂ ਕਹ ਲਈਏ ਲੀਸਟ ਨੰਬਰ ਲੀਸਟ 4 डिजिट नंबर इस देखो चेक करो किहड़ा होगा। अगर असी 288 ਨੂੰ 3 ਤੇ ਮਲਟੀਪਲਾਈ ਕਰਕੇ ਚੈੱਕ ਕਰੀਏ 3 ਤੇ ਮਲਟੀਪਲਾਈ ਕਰੋ ਦੇਖੋ 8 ਨੂੰ 3 ਨਾਲ ਮਲਟੀਪਲਾਈ ਕਰਾਂਗੇ 24 2 कैरी 24 26 27 2 कैरी एंड सॉरी 24 ठीक है जी 24 24 25 26 2 कैरी 6 7 864 आ गया। ये भी 3 डिजिट नंबर है इट मीनस ये साडा नहीं आ सकता। अगर असी इसका मल्टीपल ले लीए 4 3 की जगह 4 ना मल्टीप्लाई करिए तो देखो अपने को की रिजल्ट आ रहा है 32 8 ਨੂੰ 4 ਨਾਲ ਮਲਟੀਪਲਾਈ ਕਰਾਂਗੇ 32 32 32 33 34 35 आ गया ठीक है जी 1 अपने को फिर 3 कैरी गया 8 9 10 11 इट मीनस ਜਿਹੜਾ ਸਾਡੇ ਕੋਲੇ ਆ ਗਿਆ 4 डिजिट स्मॉलेस्ट नंबर की हो गया 1152 यही सी फाइंड आउट करना सी ठीक है जी। इसी साडा 9th क्वेश्चन हुण आपां चलदे नेक्स्ट 10th क्वेश्चन जी। नेक्स्ट अपने को है 10th क्वेश्चन देखो 10th क्वेश्चन की कह रहे हैं कि फाइंड द एलसीएम ऑफ द फॉलोइंग नंबर्स जो भी सानू नंबर दिते हुए ने सी इन्हां दा एलसीएम फाइंड आउट करना है एंड उस तो बाद की कहता कहंदे ऑब्जर्व अ कॉमन प्रॉपर्टी इन द ऑब्टेन्ड एलसीएम्स इज एलसीएम द प्रोडक्ट ऑफ टू नंबर्स इन ईच केस। ਆਪਾਂ ਨੇ ਜਿਹੜਾ ਐਲਸੀਐਮ ਫਾਈਂਡ ਆਊਟ ਕਰ ਲਿਆ ऑब्जर्व ਕਰ ਲਿਆ ਆਪਣੇ ਇਹਨਾਂ ਨੰਬਰ ਤੋਂ ਜੋ ਵੀ ਸਾਡੇ ਕੋਲੇ ਐਲਸੀਐਮ ਆਇਆ ਕਹਿੰਦੇ ਉਹ ਐਲਸੀਐਮ ਜਿਹੜਾ ਹੋਊਗਾ ਇਹ ਟੂ ਨੰਬਰਸ ਦੀ ਪ੍ਰੋਡਕਟ ਦੇ ਇਕੁਅਲ ਹੋਊਗਾ। ਅਸੀਂ ਫਾਈਂਡ ਆਊਟ ਕਰਨਾ ਹੈ ਕਿ ਐਲਸੀਐਮ ਐਂਡ ਟੂ ਨੰਬਰ ਦੀ ਜਿਹੜੀ ਪ੍ਰੋਡਕਟ ਆ ਉਹ ਦੋਨੋਂ ਆਪਸ ਦੇ ਵਿੱਚ ਹਰ ਕੇਸ ਦੇ ਵਿੱਚ ਇਕੁਅਲ ਹੋਣਗੇ ਠੀਕ ਹੈ ਜੀ। ਹੁਣ ਦੇਖੋ ਆਪਾਂ ਸਟਾਰਟ ਕਰਦੇ ਹਾਂ ਫਸਟ ਤੋਂ। ਫਸਟ ਆਪਣੇ ਕੋਲ ਹੈਗਾ 9 ਐਂਡ 4 देखो 9 एंड 4 ਦਾ ਅਗਰ ਅਸੀਂ ਐਲਸੀਐਮ ਫਾਈਂਡ ਆਊਟ ਕਰੀਏ 9 एंड 4 ਦਾ ਐਲਸੀਐਮ ਫਾਈਂਡ ਆਊਟ ਕਰਨਾ ਹੈ 4 ਆਪਣੇ ਕੋਲ ਇਵਨ ਨੰਬਰ ਹੈ ਇਟ ਮੀਨਸ ਅਸੀਂ 2 ਤੋਂ ਸਟਾਰਟ ਕਰਾਂਗੇ ठीक है जी 2 9 एज इट इज आ जाएगा 1 फिर 3 से डिवाइड करांगे 3 1 फिर 3 से गया 1 1। ਹੁਣ ਅਗਰ ਆਪਾਂ ਇਹਦਾ ਐਲਸੀਐਮ ਫਾਈਂਡ ਆਊਟ ਕਰੀਏ ਐਲਸੀਐਮ ਦੇਖੋ ਸਾਰਿਆਂ ਦੀ ਮਲਟੀਪਲਾਈ ਕਰਾਂਗੇ 2 ਮਲਟੀਪਲਾਈ 2 ਮਲਟੀਪਲਾਈ 3 ਮਲਟੀਪਲਾਈ 3 ਮਲਟੀਪਲਾਈ ਕਰੋ 2 ਨੂੰ 2 ਨਾਲ ਮਲਟੀਪਲਾਈ ਕਰਾਂਗੇ 4 4 ਨੂੰ 3 ਨਾਲ ਮਲਟੀਪਲਾਈ ਕਰਾਂਗੇ 12 12 ਨੂੰ ਅਸੀਂ ਅਗੇਨ 3 ਨਾਲ ਮਲਟੀਪਲਾਈ ਕਰਾਂਗੇ ਕੀ ਆ ਗਿਆ ਆਪਣੇ ਕੋਲ 36। ਅਗਰ ਅਸੀਂ ਟੂ ਨੰਬਰਸ ਦੀ ਪ੍ਰੋਡਕਟ ਕਰੀਏ प्रोडक्ट ऑफ नंबर्स अगर असी नंबर्स की प्रोडक्ट करिए तो अपने को देखो 9 × 4 इज इक्वल टू गया 36 दोनों इक्वल आ गए इट मीनस असी की कहांगे एक ये साडे कोल की हो गया यस हो गया ठीक है जी। इसी साडा फर्स्ट पार्ट हुण आपां बी पार्ट चेक करिए अगर बी पार्ट अपने को हैगा 12 एंड 5 12 एंड 5 के फैक्टर फाइंड आउट करने असी ठीक है जी। एलसीएम फाइंड आउट करांगे 12 एंड 5 दा 12 ते 5 देखो 2 ते जाऊगा 6 5 फिर 2 ते गया 3 5 फिर 3 ते गया 1 5 फिर 5 ते गया ठीक है जी 1 एंड 1 आ गया अपने को। हुण देखो ਅਸੀਂ एलसीएम ਲਈ ਇਹਨਾਂ ਦੀ ਮਲਟੀਪਲਾਈ ਕਰਾਂਗੇ ਜੋ ਵੀ ਸਾਡੇ ਕੋਲੇ ਫੈਕਟਰਸ ਆਏ ਨੇ 2 × 2 × 3 × 5 ठीक है जी 2 ਨੂੰ 2 ਨਾਲ ਮਲਟੀਪਲਾਈ ਕਰਾਂਗੇ 4 4 ਨੂੰ ਅਸੀਂ 3 ਨਾਲ ਮਲਟੀਪਲਾਈ ਕਰਾਂਗੇ ਸਾਡੇ ਕੋਲੇ ਕੀ ਆ ਗਿਆ 4 ਨੂੰ 3 ਨਾਲ ਮਲਟੀਪਲਾਈ ਕੀਤੀ 12 ਐਂਡ 12 ਨੂੰ 5 ਨਾਲ ਮਲਟੀਪਲਾਈ ਕਰਾਂਗੇ ਰਿਜ਼ਲਟ ਕੀ ਆ ਗਿਆ ਆਪਣੇ ਕੋਲੇ 60। अगर असी टू नंबर्स की प्रोडक्ट करिए प्रोडक्ट ऑफ टू नंबर्स ठीक है जी दोनों नंबर्स की प्रोडक्ट करिए नंबर है अपने को 12 एंड 5 12 में 5 ना मल्टीप्लाई करेंगे भी 60 इट मींस दोनों इक्वल आ गए सही आंसर भी साडे कोल की है यस ठीक है जी। उस बाद है नेक्स्ट अपने को सी पार्ट दे विच देखो सानू की देता 6 एंड 5 ਦਾ ਅਸੀਂ एलसीएम फाइंड आउट करना है एंड प्रोडक्ट फाइंड आउट करनी है ठीक है जी। वो भी चेक करते हैं कि साडे कोल इक्वल आ रही है या नहीं। सी 6 एंड 5 ठीक है जी। पहले ਅਸੀਂ एलसीएम फाइंड आउट करांगे 6 ਤੇ 5 ਦਾ 2 ਤੇ ਜਾਊਗਾ 6 इवन नंबर है 3 5 फिर 3 ਤੇ गया 1 5 एंड फिर अपने कोल 5 ਤੇ ਜਾਊਗਾ 1 1 रह गया ठीक है जी। तो साडा एलसीएम ਕੀ ਆ ਗਿਆ देखो एलसीएम 2 × 3 × 5 2 ਨੂੰ 3 ਨਾਲ ਮਲਟੀਪਲਾਈ ਕਰਾਂਗੇ 6 6 ਨੂੰ 5 ਨਾਲ ਮਲਟੀਪਲਾਈ ਕਰਾਂਗੇ ਕਿੰਨਾ ਆ ਗਿਆ ਆਪਣੇ ਕੋਲੇ 30 ਠੀਕ ਹੈ ਜੀ। ਅਗਰ ਅਸੀਂ ਨੰਬਰਸ प्रोडक्ट करिए नंबर ਦੀ 6 × 5 वो भी अपने कोले की आ गया 30 दोनों इक्वल आ गए तो साडा आंसर की आ गया यस ठीक है जी। जैस आ गया
ਹੁਣ ਆਪਾਂ ਨੂੰ ਈਚ ਕੇਸ ਲਈ ਪੁੱਛਿਆ ਹੋਇਆ ਸੀ ਨਾ, ਸਾਰਿਆਂ ਦੇ ਵਿੱਚ ਦੇਖੋ ਆਪਣਾ ਆਨਸਰ ਯੈਸ ਜਾਂ ਸਾਰੇ। ਇਸ ਤੋਂ ਬਾਅਦ ਆਪਣੇ ਕੋਲ ਹੈਗਾ ਲਾਸਟ ਡੀ ਪਾਰਟ। ਹੁਣ ਡੀ ਪਾਰਟ ਦੇ ਵਿੱਚ ਦੇਖੋ ਸਾਨੂੰ ਕੀ ਦਿੱਤਾ, ਡੀ ਪਾਰਟ ਦੇ ਸਾਨੂੰ ਨੰਬਰ ਦਿੱਤੇ 15 ਐਂਡ 4। 15 ਤੇ 4 ਦਾ ਅਸੀਂ ਐਲਸੀਐਮ ਚੈੱਕ ਕਰਨਾ ਐਂਡ ਅਸੀਂ 15 ਤੇ 4 ਨੂੰ ਆਪਸ ਦੇ ਵਿੱਚ ਮਲਟੀਪਲਾਈ ਕਰਕੇ ਚੈੱਕ ਕਰਨਾ। 4 ਈਵਨ ਨੰਬਰ ਹੈ, ਇਟ ਮੀਨਸ ਅਸੀਂ 2 ਤੋਂ ਸਟਾਰਟ ਕਰਾਂਗੇ, ਠੀਕ ਹੈ ਜੀ। 2 ਆ ਗਿਆ, ਫਿਰ ਸਾਡੇ ਕੋਲੇ 2 ਈਵਨ ਨੰਬਰ ਹੈ, 2 ਤੋਂ ਸਟਾਰਟ ਕਰਾਂਗੇ, 1 ਫਿਰ 3, ਠੀਕ ਹੈ ਜੀ, 5, ਉਸ ਤੋਂ ਬਾਅਦ 5 ਤਾਂ 5 ਤੇ ਜਾਊਗਾ। ਹੁਣ ਦੇਖੀਏ अगर ਅਸੀਂ एलसीएम फाइंड आउट करिए, एलसीएम ਲਈ जो भी ਸਾਡੇ ਕੋਲੇ ਫੈਕਟਰ ਆਏ ਨੇ ਅਸੀਂ ਇਹਨਾਂ ਦੀ ਮਲਟੀਪਲਾਈ ਕਰ ਦਾਂਗੇ, ਠੀਕ ਹੈ ਜੀ। ਦੇਖੋ 2 ਨੂੰ ਮਲਟੀਪਲਾਈ ਕੀਤੀ 2 ਨਾਲ 4 ਆ ਗਿਆ ਐਂਡ 4 ਨੂੰ ਅਸੀਂ 3 ਨਾਲ ਮਲਟੀਪਲਾਈ ਕਰਾਂਗੇ 12 ਆ ਜਾਊਗਾ, 12 ਨੂੰ ਅਸੀਂ 5 ਨਾਲ ਮਲਟੀਪਲਾਈ ਕਰਾਂਗੇ, ਸਾਡੇ ਕੋਲ ਰਿਜ਼ਲਟ ਕੀ ਹੈਗਾ 60, ਠੀਕ ਹੈ ਜੀ। ਐਂਡ ਅਸੀਂ 15 ਐਂਡ 4 ਦੀ ਮਲਟੀਪਲਾਈ ਕਰੀਏ, ਉਹ ਵੀ ਸਾਡੇ ਕੋਲ ਕੀ ਆ ਗਿਆ 60, ਦੋਨੋਂ ਇਕੁਅਲ ਆ ਗਏ, ਇਟ ਮੀਨਸ ਯੈਸ ਆ ਗਿਆ। ਤਾਂ ਅਸੀਂ ਕਹਿ ਸਕਦੇ ਹਾਂ ਕਿ ਹਰ ਕੇਸ ਲਈ ਜੋ ਵੀ ਅਸੀਂ ਹੁਣ ਤੱਕ ਸੋਲਵ ਕੀਤਾ, ਹਰ ਕੇਸ ਲਈ ਨੰਬਰਸ ਦਾ ਜਿਹੜਾ ਐਲਸੀਐਮ ਅਸੀਂ ਆਬਜ਼ਰਵ ਕੀਤਾ ਐਂਡ ਨੰਬਰਸ ਦੀ ਜੋ ਪ੍ਰੋਡਕਟ ਕੀਤੀ ਹੈ ਉਹ ਹਰ ਕੇਸ ਦੇ ਵਿੱਚ ਕੀ ਆ ਰਹੀ ਹੈ ਆਪਣੇ ਕੋਲੇ ਇਕੁਅਲ ਆ ਰਹੀ ਹੈ, ਠੀਕ ਹੈ ਜੀ। ਇਸ ਸੀ ਸਾਡਾ 10th ਕੁਐਸਚਨ। ਹੁਣ ਆਪਾਂ ਜਾਂਦੇ ਹਾਂ ਨੈਕਸਟ 11th ਕੁਐਸਚਨ। ਹਾਂਜੀ ਸਟੂਡੈਂਟ, ਨੈਕਸਟ ਆਪਣੇ ਕੋਲ ਹੈਗਾ 11th ਸਮ। ਦੇਖੋ 11th ਸਮ ਦੇ ਵਿੱਚ ਕੀ ਕਹਿ ਰਹੇ ਨੇ, ਕਹਿੰਦੇ ਫਾਈਂਡ ਦ ਐਲਸੀਐਮ ਆਫ ਦ ਫੋਲੋਇੰਗ ਨੰਬਰਸ ਇਨ ਵਿਚ ਵਨ ਨੰਬਰ ਇਜ਼ ਦੀ ਫੈਕਟਰ ਆਫ ਅਦਰ ਨੰਬਰ। ਜੋ ਵੀ ਸਾਨੂੰ ਨੰਬਰ ਦਿੱਤੇ ਹੋਏ ਨੇ ਅਸੀਂ ਉਹਨਾਂ ਦਾ ਐਲਸੀਐਮ ਫਾਈਂਡ ਆਊਟ ਕਰਨਾ ਹੈ। ਐਲਸੀਐਮ ਫਾਈਂਡ ਆਊਟ ਕਰਨ ਤੋਂ ਬਾਅਦ ਅਸੀਂ ਚੈੱਕ ਕਰਨਾ ਹੈ ਕਿ ਇਹਨਾਂ ਦੋਨਾਂ ਨੰਬਰ ਦੇ ਵਿੱਚੋਂ ਕਿਹੜਾ ਨੰਬਰ ਹੈਗਾ ਜਿਹੜਾ ਦੂਸਰੇ ਦਾ ਫੈਕਟਰ ਬਣੀ ਜਾ ਰਿਹਾ ਹੈ, ਠੀਕ ਹੈ ਜੀ। ਕਹਿੰਦੇ what do you observe in this result obtained, ਜੋ ਵੀ ਸਾਨੂੰ ਰਿਜ਼ਲਟ ਮਿਲੂਗਾ ਅਸੀਂ ਕੀ observe ਕਰਾਂਗੇ ਉਹਨੂੰ ਦੇਖ ਕੇ, ਇਹ ਵੀ ਚੈੱਕ ਕਰਨਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਹੁਣ ਆਪਣੇ ਕੋਲੇ ਸਾਨੂੰ ਕੀ ਕਿਹਾ ਕਿ ਅਸੀਂ ਐਲਸੀਐਮ ਫਾਈਂਡ ਆਊਟ ਕਰਨਾ ਦੋਨੋਂ ਨੰਬਰਸ ਦਾ। ਆਪਾਂ ਫਸਟ ਪਾਰਟ ਤੋਂ ਸਟਾਰਟ ਕਰਦੇ ਹਾਂ 5 ਐਂਡ 20। 5 ਤੇ 20 ਦਾ ਅਗਰ ਅਸੀਂ ਐਲਸੀਐਮ ਫਾਈਂਡ ਆਊਟ ਕਰਦੇ ਹਾਂ, ਦੇਖੋ 2 ਆਪਣੇ 20 ਜਿਹੜਾ ਹੈਗਾ ਸਾਡੇ ਕੋਲੇ ਈਵਨ ਨੰਬਰ ਹੈ, ਇਟ ਮੀਨਸ ਅਸੀਂ 2 ਤੋਂ ਸਟਾਰਟ ਕਰਾਂਗੇ, ਡਿਵਾਈਡ ਕਰਾਂਗੇ 10 ਆ ਗਿਆ, ਫਿਰ 2 5 ਐਂਡ 5 ਆ ਗਿਆ, ਠੀਕ ਹੈ ਜੀ। ਹੁਣ 5 ਤਾਂ ਪ੍ਰਾਈਮ ਨੰਬਰ ਹੈ, 5 ਤੇ ਡਿਵਾਈਡ ਹੋਊਗਾ, ਠੀਕ ਹੈ। ਤਾਂ ਹੁਣ ਆਪਣੇ ਕੋਲ ਜੋ ਵੀ ਫੈਕਟਰ ਹੋਏ ਨੇ ਇਟ ਮੀਨਸ ਇਹਨਾਂ ਤੋਂ ਅਸੀਂ ਐਲਸੀਐਮ ਫਾਈਂਡ ਆਊਟ ਕਰਾਂਗੇ, ਮਲਟੀਪਲਾਈ ਕਰਾਂਗੇ। ਮਲਟੀਪਲਾਈ ਕਰਨ ਤੋਂ ਬਾਅਦ ਸਾਡੇ ਕੋਲ ਰਿਜ਼ਲਟ ਕੀ ਆ ਰਿਹਾ 20। ਅਗਰ ਅਸੀਂ ਦੇਖੀਏ ਤਾਂ ਸਾਡਾ 20 ਉਹ ਕੀ ਹੋ ਗਿਆ 5 ਦਾ ਫੈਕਟਰ ਹੋ ਗਿਆ, ਠੀਕ ਹੈ ਜੀ। ਇਟ ਮੀਨਸ ਹੁਣ ਇਹ ਆਪਣੇ ਕੋਲ ਫਸਟ ਪਾਰਟ ਸੀਗਾ। ਸੈਕਿੰਡ ਪਾਰਟ ਚੈੱਕ ਕਰਦੇ ਹਾਂ ਆਪਾਂ, ਸਾਰਿਆਂ ਦੇ ਵੀ ਚੈੱਕ ਕਰਨਾ ਹੈ। ਸੈਕਿੰਡ ਸਾਡੇ ਕੋਲ ਹੈਗਾ 6 ਐਂਡ 18। 6 ਐਂਡ 18 ਦਾ ਅਗਰ ਅਸੀਂ ਐਲਸੀਐਮ ਫਾਈਂਡ ਆਊਟ ਕਰੀਏ ਤਾਂ 2 ਤੇ ਹੋਗਾ, ਦੋਨੋਂ ਇਵਨ ਨੰਬਰ ਨੇ 2 ਤੇ ਡਿਵਾਈਡ ਹੋ ਰਿਹਾ, ਠੀਕ ਹੈ ਜੀ। 3 9 ਫਿਰ 3 ਤੇ ਡਿਵਾਈਡ ਹੋਗਾ, ਠੀਕ ਹੈ ਜੀ। 1 3 ਫਿਰ 3 ਤੇ ਗਿਆ 1 ਐਂਡ 1। ਅਗਰ ਅਸੀਂ ਐਲਸੀਐਮ ਦੀ ਗੱਲ ਕਰੀਏ ਤਾਂ ਐਲਸੀਐਮ ਸਾਡੇ ਕੋਲ ਕੀ ਹੈਗਾ 2 ਮਲਟੀਪਲਾਈ 3 ਮਲਟੀਪਲਾਈ 3। 2 ਨੂੰ 3 ਨਾਲ ਮਲਟੀਪਲਾਈ ਕਰਾਂਗੇ 6 ਨੂੰ 3 ਨਾਲ ਮਲਟੀਪਲਾਈ ਕਰਾਂਗੇ ਆਪਣੇ ਕੋਲ 18। ਇੱਥੇ ਵੀ ਹੈਗਾ ਜਿਹੜਾ 18 ਦੇਖੋ ਫੈਕਟਰ ਬਣੀ ਜਾ ਰਿਹਾ ਕਿ ਜੋ ਵੀ ਲਾਰਜਰ ਨੰਬਰ ਹੈ ਸਾਡੇ ਕੋਲ ਉਹ ਫੈਕਟਰ ਬਣ ਰਿਹਾ ਦੂਸਰੇ ਨੰਬਰ ਦਾ, ਠੀਕ ਹੈ। ਸੈਕਿੰਡ ਰਿਜ਼ਲਟ ਦੇ ਵਿੱਚ ਵੀ ਸੇਮ ਆ ਗਿਆ ਆਪਣੇ ਕੋਲ। ਹੁਣ ਅਗਰ ਥਰਡ ਚੈੱਕ ਕਰੀਏ ਆਪਾਂ, ਥਰਡ ਆਪਣੇ ਕੋਲ ਹੈਗਾ 12 ਐਂਡ 48। 12 ਐਂਡ 48 ਦਾ ਐਲਸੀਐਮ ਫਾਈਂਡ ਆਊਟ ਕਰਾਂਗੇ 2 ਤੇ ਜਾਊਗਾ, ਠੀਕ ਹੈ ਜੀ। 6 ਆ ਗਿਆ ਐਂਡ 24 ਆ ਗਿਆ, ਫਿਰ 2 ਤੇ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ 3 ਐਂਡ 12 ਆ ਗਿਆ, ਫਿਰ 2 ਤੇ ਡਿਵਾਈਡ ਕਰਾਂਗੇ 3 ਐਂਡ 6 ਆ ਗਿਆ, ਫਿਰ 2 ਤੇ ਡਿਵਾਈਡ ਕੀਤਾ 3 ਆ ਗਿਆ, ਠੀਕ ਹੈ ਜੀ। ਫਿਰ 2 ਤੇ ਡਿਵਾਈਡ ਕਰਾਂਗੇ 1 ਐਂਡ 1 ਆ ਗਿਆ। ਐਲਸੀਐਮ ਦੇਖੀਏ ਅਗਰ ਅਸੀਂ ਐਲਸੀਐਮ 1 2 3 4 2 ਆਪਣੇ ਕੋਲ 4 ਟਾਈਮ ਆ ਗਏ, 2 ਮਲਟੀਪਲਾਈ 2 ਮਲਟੀਪਲਾਈ 2 ਮਲਟੀਪਲਾਈ 2 ਐਂਡ 3 ਸਾਡੇ ਕੋਲ ਹੈਗਾ 1 ਟਾਈਮ। ਮਲਟੀਪਲਾਈ ਕਰੋ, ਦੇਖੋ 2 ਨੂੰ 2 ਨਾਲ ਮਲਟੀਪਲਾਈ ਕੀਤਾ 4 4 ਨੂੰ 2 ਨਾਲ ਮਲਟੀਪਲਾਈ ਕੀਤਾ 8 8 ਨੂੰ 2 ਨਾਲ ਮਲਟੀਪਲਾਈ ਕੀਤਾ 16 16 ਨੂੰ 3 ਨਾਲ ਮਲਟੀਪਲਾਈ ਕਰਾਂਗੇ ਸਾਡੇ ਕੋਲ ਰਿਜ਼ਲਟ ਕੀ ਹੈਗਾ 48। ਇੱਥੇ ਵੀ ਸੇਮ ਕੇਸ ਹੈ ਕਿ ਲਾਰਜਰ ਨੰਬਰ ਹੈਗਾ ਜਿਹੜਾ ਦਾ ਫੈਕਟਰ ਬਣੀ ਜਾ ਰਿਹਾ, ਠੀਕ ਹੈ ਜੀ 12 ਦਾ। ਅਗਰ ਅਸੀਂ ਦੇਖੀਏ ਨੈਕਸਟ ਹੈਗਾ ਆਪਣੇ ਕੋਲ ਲਾਸਟ ਫੋਰਥ ਪਾਰਟ 9 ਐਂਡ 45 ਦਿੱਤਾ, ਠੀਕ ਹੈ ਜੀ। 9 ਐਂਡ 45 ਨੂੰ ਅਗਰ ਅਸੀਂ ਚੈੱਕ ਕਰੀਏ ਦੇਖੋ ਦੋਨੋਂ 3 ਦੇ ਡਿਵਾਈਡ ਹੋਣਗੇ, 3 ਆ ਗਿਆ ਐਂਡ 1 15 ਆ ਗਿਆ, फिर 3 ਤੇ ਡਿਵਾਈਡ ਕਰਾਂਗੇ 1 ਐਂਡ 5 ਆ ਗਿਆ, ਫਿਰ 5 ਤੇ ਡਿਵਾਈਡ ਹੋਊਗਾ, ਠੀਕ ਹੈ ਜੀ। ਐਲਸੀਐਮ ਆਪਣੇ ਕੋਲ ਕੀ ਆ ਰਿਹਾ ਦੇਖੋ 3 ਮਲਟੀਪਲਾਈ 3 ਮਲਟੀਪਲਾਈ 5, 3 ਨੂੰ 3 ਨਾਲ ਮਲਟੀਪਲਾਈ ਕਰਾਂਗੇ 9 9 ਨੂੰ 5 ਨਾਲ ਮਲਟੀਪਲਾਈ ਕਰਾਂਗੇ ਆਪਣੇ ਕੋਲ ਰਿਜ਼ਲਟ ਕੀ ਆਏਗਾ 40। ਹੁਣ ਅਗਰ ਅਸੀਂ ਸਾਰੇ ਜਿਹੜੇ ਹੈਗੇ ਆ ਕੇਸ ਇਹਨਾਂ ਨੂੰ ਆਬਜ਼ਰਵ ਕਰੀਏ ਤਾਂ ਜੋ ਵੀ ਸਾਡੇ ਕੋਲੇ ਲਾਰਜਰ ਨੰਬਰ ਹੈ, ਦੇਖੋ ਹਰ ਕੇਸ ਦੇ ਵਿੱਚ ਜੋ ਵੀ ਲਾਰਜਰ ਨੰਬਰ ਹੈ ਦੂਸਰੇ ਨੰਬਰ ਦਾ ਕੀ ਬਣੀ ਜਾ ਰਿਹਾ ਫੈਕਟਰ। ਤਾਂ ਅਸੀਂ ਕੀ ਕਹਾਂਗੇ ਵੀ ਜੋ ਵੀ ਸਾਡੇ ਕੋਲੇ ਲਾਰਜਰ ਨੰਬਰ ਹੈ ਵਿਚ ਵਨ, ਠੀਕ ਹੈ, ਵਨ ਨੰਬਰ ਇਜ਼ ਦੀ ਫੈਕਟਰ ਆਫ ਦੀ ਅਦਰ। ਤਾਂ ਅਸੀਂ ਕੀ ਕਹਾਂਗੇ ਕਿਹੜਾ ਨੰਬਰ ਲਾਰਜਰ ਨੰਬਰ, ਠੀਕ ਹੈ, ਲਾਰਜਰ ਨੰਬਰ ਇਜ਼ ਦੀ ਫੈਕਟਰ ਆਫ ਦੀ ਅਦਰ। ਦੇਖੋ ਇੱਥੇ ਆਪਣੇ ਕੋਲੇ ਲਾਰਜਰ ਨੰਬਰ 20 ਹੋ ਗਿਆ, ਇੱਥੇ 18 ਹੋ ਗਿਆ, 48 ਹੋ ਗਿਆ ਐਂਡ 45। ਤਾਂ ਅਸੀਂ ਅਗਰ ਐਲਸੀਐਮ ਚੈੱਕ ਕਰੀਏ ਤਾਂ ਸਾਡਾ ਐਲਸੀਐਮ ਵੀ ਦੇਖੋ ਇਹਨਾਂ ਦਾ ਸਾਰਿਆਂ ਦਾ ਲਾਰਜਰ ਨੰਬਰ ਆ ਰਿਹਾ। ਆਪਾਂ ਨੂੰ ਵੀ ਪੁੱਛਿਆ ਸੀ ਨਾ ਵੀ ਕਿਹੜਾ ਨੰਬਰ ਹੈਗਾ ਜਿਹੜਾ ਇਹਨਾਂ ਦੇ ਵਿੱਚੋਂ
दूसरे का फैक्टर बन रहा तो असं की कहांगे भी जो साढ़े को लार्जर नंबर है वो क्या दूसरे का फैक्टर है। ठीक है जी, इसी साड़ी अज की क्लास जेकर तुहानू सारे समझ लग गई तो मैं कमेंट बॉक्स के कमेंट करके जरूर दस्यो। आप मिलेंगे अपने नैक्सट टॉपिक नाल, तब तक के लिए थैंक यू।